ਦੀਪ ਦਵਿੰਦਰ ਸਿੰਘ ਦੀ ਬਹੁਤ ਚਰਚਿਤ ਕਹਾਣੀ ਹੈ ਰੁੱਤ ਫਿਰੀ ਵਣ ਕੰਬਿਆ। ਬੀਬੀ ਦੇ ਮੱਠਾ ਮੱਠਾ ਹੂੰਗਣ ਦੀ ਆਵਾਜ਼ ਸਾਰੀ ਰਾਤ ਮੇਰੇ ਕੰਨਾਂ 'ਚ ਪੈਂਦੀ ਰਹੀ ਹੈ। ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਸੌਣ ਦਾ ਯਤਨ ਕਰਦਾ ਰਿਹਾ। ਕਦੀ ਕਦੀ ਥੋੜੀ ਜਿਹੀ ਅੱਖ ਲੱਗਦੀ ਵੀ ਸੀ, ਫਿਰ ਅੱਬੜਵਾਏ ਉੱਠ ਬੈਠਦਾ ਸਾਂ। ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ 'ਚ ਲੇਟੀ ਬੀਬੀ ਨੂੰ ਵੇਖਣ ਚਲਾ ਜਾਂਦਾ। ਬੈੱਡ ਦੀ ਢੋਅ ਨਾਲ ਸਿਰਹਾਣੇ ਤੇ ਸਿਰ ਟਿਕਾ ਕੇ ਅੱਧ ਲੇਟੀ ਬੀਬੀ ਦੇ ਥੋੜਾ ਵਿੰਗੇ ਹੋ ਗਏ ਮੂੰਹ 'ਚੋਂ ਵਗਦੇ ਪਾਣੀ ਨੂੰ ਮੈਂ ਕੋਲ ਪਏ ਤੌਲੀਏ ਨਾਲ ਸਾਫ਼ ਕਰਦਾ ਹਾਂ। ਉੱਪਰ ਲਏ ਕੰਬਲ ਨੂੰ ਖਿੱਚ ਕੇ ਛਾਤੀ ਤੱਕ ਕਰਦਿਆਂ ਉਹਦਾ ਮੱਥਾ ਟੋਹ ਕੇ ਵੇਖਦਾ। ਪਹਿਲੇ ਵੇਲੇ ਤਾਂ ਮੱਥਾ ਭਖਦਾ ਜਿਹਾ ਰਿਹਾ ਸੀ, ਪਰ ਹੁਣ ਤਾਪ ਲੈ ਗਿਆ ਲੱਗਦਾ। ਤਾਂ ਹੀ ਸਰੀਰ ਠੰਡਾ ਠਾਰ ਹੋਇਆ ਪਿਆ। ਪਤਾ ਨਹੀਂ ਤਰੇਲੀਏ ਜਾਂ ਕਮਜ਼ੋਰੀ ਦੀ ਵਜ੍ਹਾ ਬੀਬੀ ਦੇ ਮੱਥੇ ਦੇ ਨਾਲ ਹੱਥਾਂ ਦੀਆਂ ਤਲੀਆਂ ਵੀ ਸਿੱਲੀਆਂ ਜਿਹੀਆਂ ਨੇ। ਕਦੀ ਕਦੀ ਉਹਦੀਆਂ ਅੱਧ ਮਿੱਟੀਆਂ ਅੱਖਾਂ ਦੀਆਂ ਪਲਕਾਂ ਥੋੜਾ ਕੁ ਖੁੱਲਦੀਆਂ ਹਨ। ਕਮਰੇ ਅੰਦਰ ਜਗਦੇ 0 ਵਾਟ ਦੇ ਬੱਲਬ ਦੇ ਨਿੰਮੇ ਜਿਹੇ ਚਾਨਣੇ 'ਚ ਉਹਦੀਆਂ ਅੰਦਰ ਵੱਲ ਨੂੰ ਧਸੀਆਂ ਨਿੱਕੀਆਂ ਅੱਖਾਂ ਦੇ ਡੇਲੇ ਮੱਧਮ ਜੇ ਲਿਸ਼ਕਦੇ ਨੇ। ਉਹ ਉਪਰੀ ਨਜ਼ਰੇ ਕਮਰੇ ਵੱਲ ਝਾਕਦੀ ਹੈ, ਜਿਵੇਂ ਕੁਝ ਸਿਆਣਦੀ ਹੋਵੇ। ਛੇਤੀ ਉਹਦੀ ਨਿਗਾਹ ਪਾਟਣ ਲੱਗਦੀ ਹੈ ਤੇ ਨਾਲ ਹੀ ਅੱਖਾਂ ਦੀਆਂ ਦੋਹਾਂ ਪੁਤਲੀਆਂ 'ਚ ਪਾਣੀ ਜਿਹਾ ਭਰ ਆਉਂਦਾ। ਉਹ ਸਿੱਲੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਤੱਕਦੀ ਹੈ, ਜਿਵੇਂ ਕੁਝ ਕਹਿਣਾ ਚਾਹ ਰਹੀ ਹੋਵੇ ਤੇ ਹਮੇਸ਼ਾ ਵਾਂਗ ਸ਼ਬਦ ਉਹਦੀ ਜ਼ਬਾਨ ਤੇ ਆਉਣੋਂ ਝਿਜਕਦੇ ਹੋਣ। ਫਿਰ ਉਹ ਸਿਰ ਦੇ ਹਲਕੇ ਜਿਹੇ ਇਸ਼ਾਰੇ ਨਾਲ ਮੈਨੂੰ ਜਾ ਕੇ ਆਰਾਮ ਕਰਨ ਲਈ ਕਹਿੰਦੀ ਹੈ। ਅੱਖਾਂ ਦੀਆਂ ਚਿਮਣੀਆਂ ਹੌਲੀ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਦੀਆਂ ਅੱਖਾਂ ਵਿਚਲਾ ਪਾਣੀ 2 ਹੜਬਾਂ ਤੋਂ ਦੀ ਵਿੰਗੀਆਂ ਟੇਢੀਆਂ ਘਰਾਲਾਂ ਜੀਆਂ ਬਣ ਕੇ ਇੱਧਰ ਉੱਧਰ ਵਗ ਗਿਆ ਸੀ। ਮੈਂ ਟਿਕੀ ਲਗਾ ਕੇ ਬੀਬੀ ਦੇ ਚਿਹਰੇ ਵੱਲ ਵੇਖਦਾ। ਉਹਦੇ ਦੁੱਧ ਚਿੱਟੇ ਨਿੱਕੇ ਵਾਲ ਇੱਕ ਦੂਜੇ 'ਚ ਉਲਝੇ ਤੇ ਖਿੰਡਰੇ ਪੁੰਡਰੇ ਬੇਜਾਨ ਜੇ ਵਿਖਾਈ ਦਿੰਦੇ ਹਨ। ਕਦੀ ਉਹ ਆਪਣੇ ਕਮਜ਼ੋਰ ਜਿਹੇ ਸੱਜੇ ਹੱਥ ਨਾਲ ਸਹਿਜ ਖਿਲਰੇ ਵਾਲਾਂ ਨੂੰ ਸੁਵਾਰਨ ਦਾ ਯਤਨ ਕਰਦੀ ਹੈ। ਉਸ ਕੋਲੋਂ ਉਪਰੀਆਂ ਜੀਆਂ ਉਂਗਲਾਂ ਸਿਰ ਤੇ ਫਿਰਦੀਆਂ ਹਨ ਤੇ ਬਾਂਹ ਨਿਢਾਲ ਹੋ ਜਾਂਦੀ ਹੈ। ਮੈਂ ਉਹਦੇ ਹੱਥ ਨੂੰ ਸਹਾਰਾ ਦੇ ਕੇ ਬਾਂਹ ਫੇਰ ਕੰਬਲ ਹੇਠ ਕਰਦਾ। ਆਪ ਉਂਗਲਾਂ ਦੀ ਕੰਘੀ ਜੀ ਬਣਾ ਕੇ ਪੋਲੇ ਉਹਦੇ ਸਿਰ 'ਚ ਫੇਰਦਾ ਤੇ ਖਿਲਰੇ ਵਾਲਾਂ ਨੂੰ ਥਾਂ ਸਿਰ ਕਰਨ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਨਿਢਾਲ ਪਈ ਬੀਬੀ ਨੂੰ ਵੇਖਦਿਆਂ ਸੋਚਦਾ ਕਿ ਬੀਬੀ ਇਸ ਉਮਰੇ ਵੀ ਆਪਣੀ ਸਿਹਤ ਮੂਜਬ ਘਰ ਦੇ ਨਿੱਕੇ ਮੁਟਿਆਰ ਨੂੰ ਸਿਰ ਤੇ ਚੁੱਕੀ ਫਿਰਦੀ ਸੀ। ਮੇਰੀ ਪਤਨੀ ਦੇ ਬੇਵਕਤੀ ਤੁਰ ਜਾਣ ਤੇ ਘਰ ਦੇ ਨਿੱਕੇ ਮੋਟੇ ਕੰਮਾਂ ਨੂੰ ਫੇਰ ਤੋਂ ਬੀਬੀ ਨੇ ਸੰਭਾਲ ਲਿਆ ਸੀ। ਇਸ ਦੀ ਹੋਂਦ ਕਰਕੇ ਮੈਨੂੰ ਵੀ ਬੜਾ ਆਸਰਾ ਸੀ ਇਹਦਾ। ਬਹੁਤੀ ਇਕੱਲਤਾ ਮਹਿਸੂਸ ਨਹੀਂ ਸੀ ਹੁੰਦੀ। ਮੁੰਡਾ ਛੋਟੇ ਤੇ ਸਿਆਲੀ ਦਿਨਾਂ 'ਚ ਆਪਣੀ ਘਰਵਾਲੀ ਨੂੰ ਵੀ ਸ਼ਹਿਰ ਹੀ ਲੈ ਜਾਂਦਾ ਆਪਣੇ ਕੋਲ। ਕਿਤੇ 15-20 ਦਿਨ ਹੀ ਆਉਂਦੇ ਨੇ ਗੇੜਾ ਮਾਰਨ ਤੇ ਮੁੜਦੇ ਪੈਰੀਂ ਵਾਪਸ ਚਲੇ ਜਾਂਦੇ ਨੇ। ਚਲੋ ਰਾਜੀ ਰਹਿਣ, ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਹੈ। ਹਫ਼ਤਾ ਪਹਿਲਾਂ ਬੀਬੀ ਵੀ ਤਾਂ ਰਾਜੀ ਖੁਸ਼ੀ ਸੀ। ਘਰ ਦੇ ਨਿੱਕੇ ਮੋਟੇ ਕੰਮਾਂ 'ਚ ਰੁੱਝੀ ਰਹਿੰਦੀ ਸੀ ਸਾਰਾ ਦਿਨ। ਉਸ ਦਿਨ ਰਾਤ ਦੀ ਰੋਟੀ ਟੁੱਕ ਵੀ ਨਹੀਂ ਸੀ ਖਾ ਹੋਇਆ। ਮੇਰੇ ਲਾਗੇ ਬੈਠਿਆਂ ਗੱਲਾਂ ਸੁਣਦੀ ਧੜਮ ਕਰਕੇ ਮੁੱਧੜੇ ਮੂੰਹ ਜਾ ਡਿੱਗੀ ਸੀ। ਮੈਂ ਜਲਦੀ ਨਾਲ ਚੁੱਕਿਆ ਸੀ ਤੇ ਨਾਲ ਪਈ ਮੰਜੀ ਤੇ ਲਟਾਇਆ ਸੀ। ਬੀਬੀ ਦਾ ਇੱਕ ਪਾਸਾ ਕੰਬਣ ਲੱਗਿਆ ਸੀ ਤੇ ਨਾਲ ਹੀ ਹੱਥਾਂ ਪੈਰਾਂ ਦੇ ਕੁੰਡ ਮੁੜ ਗਏ ਸੀ। ਕਈ ਦਿਨ ਹਸਪਤਾਲਾਂ ਦੇ ਧੱਕੇ ਧੌੜੇ ਖਾਧੇ, ਕਈ ਤਰ੍ਹਾਂ ਦੇ ਟੈਸਟ, ਰਿਪੋਰਟਾਂ ਤੇ ਦਵਾਈਆਂ। ਵੱਡੇ ਡਾਕਟਰ ਨੇ ਆਪਣੇ ਕਮਰੇ 'ਚ ਬੁਲਾ ਕੇ ਦੱਸਿਆ ਸੀ ਕਿ ਮਾਤਾ ਨੂੰ ਅਧਰੰਗ ਦਾ ਦੌਰਾ ਪਿਆ। ਰਿਪੋਰਟ 'ਚ ਸਾਫ਼ ਦਿਸਦਾ ਹੈ ਕਿ ਇਹਨਾਂ ਦੇ ਦਿਮਾਗ ਦੀ ਨਸ 'ਚ ਕਲੌਟ ਅਟਕ ਗਿਆ, ਜਿਸ ਨਾਲ ਖੱਬੇ ਪਾਸੇ ਵਾਲੀ ਲੱਤ, ਬਾਂਹ ਤੇ ਜਬਾੜੇ ਤੇ ਅਸਰ ਹੋਇਆ ਤੇ ਜਦੋਂ ਤੱਕ ਕੁਝ ਬੋਲਦੇ ਚੱਲਦੇ ਨਹੀਂ ਉਦੋਂ ਤੱਕ ਜ਼ੁਬਾਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮੈਂ ਅਣਮੰਨੇ ਜੇ ਮਨ ਨਾਲ ਦੱਸਦਾ ਕਿ ਬੀਬੀ ਤਾਂ ਜਨਮ ਤੋਂ ਹੀ ਕੁਝ ਨਹੀਂ ਸੀ ਬੋਲਦੀ ਤੇ ਨਾਲ ਹੀ ਬੇਜ਼ੁਬਾਨੀ ਬੀਬੀ ਦਾ ਚਿਹਰਾ ਮੇਰੀਆਂ ਅੱਖਾਂ ਅੱਗਿਓਂ ਹੀ ਗੁਜ਼ਰਦਾ ਹੈ। ਜਦ ਦੀ ਹੋਸ਼ ਸੰਭਾਲੀ ਹੈ, ਬੀਬੀ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਹੀ ਸਮਝਾਉਂਦੇ ਵੇਖਿਆ। ਮੈਂ ਤਾਂ ਉਹਦੇ ਲਹੂ ਮਾਸ ਦਾ ਹਿੱਸਾ, ਇਹਦੀ ਗੋਦੀ 'ਚ ਖੇਡਿਆ ਪਲਿਆ ਜਵਾਨ ਹੋਇਆ। ਬੇਸ਼ੱਕ ਬੀਬੀ ਆਪ ਕੁਝ ਵੀ ਨਹੀਂ ਸੀ ਬੋਲਦੀ, ਪਰ ਮੈਂ ਇਸੇ ਤੋਂ ਹੀ ਬੋਲਣਾ ਸਿੱਖਿਆ। ਬੀਬੀ ਕੀ ਕਹਿਣਾ ਚਾਹੁੰਦੀ ਹੈ ਉਹਦੀਆਂ ਅੱਖਾਂ ਤੋਂ ਹੀ ਸਮਝ ਜਾਣਾ। ਜੇ ਮੇਰੇ ਤੋਂ ਛੋਟੇ ਹੁੰਦਿਆਂ ਖੰਡ ਮੰਗਵਾਉਂਦੀ ਸੀ ਤਾਂ ਮੈਨੂੰ ਕਦੀ ਵੀ ਖੰਡ ਦੀ ਥਾਂ ਲੂਣ ਲਿਆਉਣ ਦਾ ਭੁਲੇਖਾ ਨਹੀਂ ਸੀ ਲੱਗਿਆ। ਇਹਦੀ ਚੁੱਪ ਦੀ ਤੇ ਚੀਕਣ ਦੀ ਭਾਸ਼ਾ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ। ਆਂਢੀ ਗੁਆਂਢੀ, ਰਿਸ਼ਤੇਦਾਰ ਤੇ ਗਲੀ ਮਹੱਲੇ ਵਾਲੇ ਬੀਬੀ ਮੇਰੀ ਨੂੰ ਤਾਰੋ ਗੂੰਗੀ ਕਹਿੰਦੇ ਨੇ। ਪਹਿਲਾਂ ਤਾਂ ਜਿਹਦੇ ਮੂੰਹ
ਮੈਂ ਬੀਬੀ ਆਪਣੀ ਨੂੰ ਗੂੰਗੀ ਕਹਿੰਦਿਆਂ ਸੁਣਦਾ ਸੀ, ਪੱਥਰ ਮਾਰ ਕੇ ਸਿਰ ਪਾੜਨ ਨੂੰ ਦਿਲ ਕਰਦਾ ਸੀ। ਹੁਣ ਨਹੀਂ ਗੁੱਸਾ ਆਉਂਦਾ, ਨਾ ਮੈਨੂੰ ਤੇ ਨਾ ਹੀ ਬੀਬੀ ਨੂੰ। ਦਿਲ ਨੂੰ ਸਮਝਾ ਲਿਆ ਆਪਾਂ ਕਿ ਜਿਵੇਂ ਆਪਣੀ ਤਾਈ ਭਜਨ ਕੌਰ ਹੈ, ਹੱਟੀ ਵਾਲੇ ਗਣੇਸ਼ ਦੀ ਝਾਈ ਕਾਂਤਾ ਰਾਣੀ ਹੈ, ਜਾਂ ਕੋਈ ਫਾਤਮਾ ਬੀਬੀ ਹੈ, ਉਵੇਂ ਹੈ ਆਪਣੀ ਬੀਬੀ ਵੀ ਤਾਰੋ ਗੂੰਗੀ। ਤੇ ਮੈਂ ਵੇਖਦਾ ਬੀਬੀ ਥੋੜੀ ਟਿਕਾ 'ਚ ਆ ਗਈ ਲੱਗਦੀ ਹੈ। ਮੈਂ ਦੱਬੇ ਪੈਰੀਂ ਕਮਰੇ 'ਚੋਂ ਬਾਹਰ ਨਿਕਲਦਾ। ਸਾਹਮਣੇ ਕੰਧ ਨਾਲ ਟੰਗੀ ਘੜੀ ਨੇ ਅਜੇ 4 ਨਹੀਂ ਵਜਾਏ। ਸਰੀਰ ਕੁਝ ਬੇਚੈਨੀ ਜਿਹੀ 'ਚ ਹੈ। ਉਮਰ ਵੀ ਹੁਣ ਮੇਰੀ 17 ਤੋਂ 3-4 ਵਰੇ ਹੀ ਘੱਟ ਹੈ। ਸਰੀਰ ਹੁਣ ਬਹੁਤੀ ਆਵਾਜ਼ਾਰੀ ਨਹੀਂ ਸਹਿੰਦਾ। ਮਨ ਨੂੰ ਵੀ ਅਚਵੀ ਜਿਹੀ ਲੱਗੀ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਦੇ ਉਬੜ ਖਾਬੜ ਪੈਂਡਿਆਂ ਤੇ ਪਿਛਲੇ ਪੈਰੀਂ ਤੁਰਨ ਦੀ ਕੋਸ਼ਿਸ਼ ਕਰਦਿਆਂ ਸੋਚਦਾ ਕਿ ਵਰਿਆਂ ਦੇ ਵਰੇ ਤਾਸ਼ ਦੇ ਪੱਤਿਆਂ ਵਾਂਗ ਡਿੱਗਦੇ ਗਏ ਇੱਕ ਦੂਜੇ ਦੇ ਉੱਪਰ ਹੇਠਾਂ। ਇਹਨਾਂ ਪੱਤਿਆਂ ਤੇ ਉਕਰੀਆਂ ਉਹ ਸਾਰੀਆਂ ਘਟਨਾਵਾਂ ਮੇਰੇ ਅੰਦਰ ਦੀ ਕਿਸੇ ਨੁਕਰੋਂ ਝੱਟ ਉੱਠ ਖਲੋਂਦੀਆਂ ਨੇ। ਇਹਨਾਂ ਵਾਪਰੀਆਂ ਘਟਨਾਵਾਂ ਨੂੰ ਇਕਸਾਰ ਕਰਕੇ ਕਿਸੇ ਸਿਰੇ ਤੋਂ ਫੜਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਯਾਦ ਆਉਂਦਾ ਹੈ ਕਿ ਮੈਂ 5-6 ਵਰਿਆਂ ਦੇ ਨੇ ਬੀਬੀ ਦੇ ਪਿੱਛੇ ਪਿੱਛੇ ਇਸ ਵਿਹੜੇ 'ਚ ਪੈਰ ਧਰਿਆ ਸੀ, ਬੁੱਟਰਾਂ ਵਾਲੇ ਗੁਲਜ਼ਾਰੀ ਦੇ ਨਾਲ। ਗੁਲਜ਼ਾਰੀ ਆਪ ਤਾਂ ਸਾਨੂੰ ਸੁੱਤਿਆਂ ਛੱਡ ਕੇ ਤੇ ਮੂੰਹ ਨੇਰੇ ਤੁਰ ਗਿਆ ਸੀ। ਘਰ 'ਚ ਵੱਡੀ ਬੇਬੇ ਸੀ, ਇੱਕ ਉਹਦਾ ਮੁੰਡਾ ਜਿਹੜਾ ਕਾਗਜ਼ਾਂ 'ਚ ਮੇਰਾ ਪਿਓ ਬਣ ਗਿਆ ਸੀ। ਭਲਾ ਲੋਕ ਬੰਦਾ ਸੀ, ਥੋੜਾ ਬੋਲਦਾ ਸੀ ਪਰ ਚੰਗਾ ਬੋਲਦਾ ਸੀ। ਬੇਬੇ ਦੇ ਕਹਿਣ ਤੇ ਮੈਂ ਉਹਨੂੰ ਪਾਪਾ ਕਹਿਣ ਲੱਗ ਪਿਆ ਸਾਂ। ਉਹਦੀ ਭਰਵੀਂ ਚਿੱਟੀ ਦਾੜੀ ਸੀ, ਮੈਲ ਖੋਰੇ ਜਿਹੇ ਲੀੜੇ ਪਾ ਕੇ ਉਹ ਸਾਰਾ ਦਿਨ ਬਾਹਰਲੇ ਢਾਰੇ ਹੇਠ ਆਰਨ ਤਪਾ ਕੇ ਜ਼ਿਮੀਂਦਾਰਾਂ ਦਾ ਲੋਹਾਰਾ ਤਰਖਾਣਾ ਕਰਦਾ ਰਹਿੰਦਾ ਸੀ। ਬੀਬੀ ਪਹਿਲੇ ਦਿਨ ਹੀ ਸਵਖਤੇ ਉੱਠ ਖਲੋਤੀ ਸੀ। ਚੁੱਲ੍ਹੇ ਅੱਗ ਬਾਲ ਕੇ ਉੱਪਰ ਚਾਹ ਵੀ ਧਰਤੀ ਸੀ। ਵੱਡੀ ਬੇਬੇ ਪਰਾਂ ਹਟਵੇਂ ਬੈਠੇ ਪਾਪੇ ਦੇ ਕੰਨ ਲਾਗੇ ਮੂੰਹ ਕਰਕੇ ਹੌਲੀ ਜੀ ਕਹਿ ਰਹੀ ਸੀ, ਪੁੱਤ ਕਰਮਿਆ, ਵਹੁਟੀ ਘਰ ਸਾਂਭਣ ਵਾਲੀ ਲੱਗਦੀ ਹੈ, ਜਿਹੜੀ ਆਉਂਦੀ ਚੌਂਕੇ ਜਾ ਚੜੀ ਹੈ। ਘਰਾਂ 'ਚ ਬਰਕਤ ਲੈ ਕੇ ਆਉਂਦੀਆਂ ਏਦਾਂ ਦੀਆਂ ਜਨਾਨੀਆਂ। ਮੈਂ ਵੱਡੀ ਬੇਬੇ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ। ਬੀਬੀ ਨੂੰ ਤਾਂ ਬੁੱਟਰਾਂ ਵਾਲਾ ਗੁਲਜ਼ਾਰੀ ਆਪਣੀ ਵਹੁਟੀ ਦੱਸਦਾ ਹੁੰਦਾ ਸੀ। ਹੁਣ ਤੱਕ ਉੱਥੇ ਹੀ ਤਾਂ ਰਹੇ ਸੀ ਅਸੀਂ। ਉਹ ਤਾਂ ਕੱਲ ਹੀ ਘਰੋਂ ਸਾਨੂੰ ਇਹ ਕਹਿ ਕੇ ਤੁਰਿਆ ਸੀ ਵੀ ਮੱਸਿਆ ਨਹਾਉਣ ਚੱਲੇ ਆ। ਸਾਰਾ ਦਿਨ ਉਹ ਸਾਨੂੰ ਲੈ ਕੇ ਫਿਰਦਾ ਰਿਹਾ ਸੀ, ਕਦੀ ਮੋਟਰ ਗੱਡੀ ਤੇ ਕਦੀ ਟਾਂਗੇ ਤੇ ਕਦੀ ਪੈਦਲ। ਡੂੰਘੀਆਂ ਤਰਕਾਲਾਂ ਵੇਲੇ ਉਹਨੇ ਇਸ ਘਰ ਦਾ ਆਣ-ਬੂਹਾ ਖੜਕਾਇਆ ਸੀ। ਉਸ ਸਮੇਂ ਬੀਬੀ ਨੇ ਗੁੱਟ ਲਾਗਿਓ ਮੇਰਾ ਹੱਥ ਘੁੱਟ ਕੇ ਫੜਿਆ ਹੋਇਆ ਸੀ ਤੇ ਮੈਂ ਦੂਜੇ ਹੱਥ ਨਾਲ ਆਪਣੀ ਤੇੜ ਪਾਈ ਢਿੱਲੀ ਜੀ ਨਿੱਕਰ ਨੂੰ ਮੁੜ-ਮੁੜ ਉੱਪਰ ਖਿੱਚਦਾ ਕਾਲੀ ਕਾਲੀ ਪੈਰ ਪੁੱਟ ਰਿਹਾ ਸੀ। ਉਪਰੀ ਜਗ੍ਹਾ ਵੇਖ ਬੀਬੀ ਸਹਿਮੀ ਜੀ ਲੱਗਦੀ ਸੀ, ਜਿਹੜੀ ਵਿਹੜੇ 'ਚ ਲੱਗੀ ਮਰੀਅਲ ਜੀ ਧਰੇਕ ਦੀ ਦੁਸੰਗੜ ਦਾ ਆਸਰਾ ਲੈ ਕੇ ਖਲੋਤੀ ਡੌਰ ਭੌਰ ਹੋਈ ਆਸੇ-ਪਾਸੇ ਨੂੰ ਨਿਹਾਰ ਰਹੀ ਸੀ। ਡਰ ਦੇ ਮਾਰੇ ਦਾ ਸੰਗ ਮੇਰਾ ਵੀ ਸੁੱਕਿਆ ਪਿਆ ਸੀ ਤੇ ਜ਼ੁਬਾਨ ਤਾਲੂ ਨਾਲ ਲੱਗੀ ਹੋਈ ਸੀ। ਮੇਰੇ ਤੋਂ ਖੁਸ਼ਕੀ ਮਾਰੇ ਬੁੱਲ ਵੀ ਥੁੱਕ ਨਾਲ ਗਿੱਲੇ ਨਹੀਂ ਸੀ ਹੋ ਰਹੇ। ਵੱਡੀ ਬੇਬੇ ਨੂੰ ਵਿਹੜੇ 'ਚ ਆਈ ਵੇਖ ਬੀਬੀ ਨੇ ਵੀ ਕੁਝ ਹੌਸਲਾ ਫੜਿਆ ਸੀ। ਮੇਰੇ ਗੁੱਟ ਨੂੰ ਉਸੇ ਤਰ੍ਹਾਂ ਫੜੀ ਉਹ 2 ਕੁ ਪੈਰ ਥੋੜਾ ਹਟਵੀਂ ਖਲੋਤੀ ਬੇਬੇ ਵੱਲ ਨੂੰ ਸਰਕ ਗਈ ਸੀ। ਗੁਲਜ਼ਾਰੀ ਦਾ ਬੁੱਟਰਾਂ ਵਾਲਾ ਘਰ ਥੋੜਾ ਮੈਨੂੰ ਅਜੇ ਵੀ ਚੇਤੇ ਹੈ। ਘਰ ਕਾਹਦਾ, ਪਿੰਡੋਂ ਬਾਰ-ਬਾਰ ਬੱਕਰੀਆਂ ਦਾ ਵਾੜਾ ਸੀ। ਉਸੇ ਵਾੜੇ ਦੇ ਅੰਦਰ ਬਾਹਰ ਨਿੱਕੇ ਜਿਹੇ ਕਮਰੇ 'ਚ ਰਹਿੰਦੇ ਸੀ ਅਸੀਂ। ਦੱਸਦੇ ਨੇ ਮੈਂ ਤੁਰਨਾ ਫਿਰਨਾ ਇਸੇ ਘਰ ਤੋਂ ਸ਼ੁਰੂ ਕੀਤਾ ਸੀ। ਗੁਲਜ਼ਾਰੀ ਵੈਲੀ ਜੀ ਕਿਸਮ ਦਾ ਬੰਦਾ ਸੀ, ਕਈ ਤਰ੍ਹਾਂ ਦੇ ਨਸ਼ੇ ਪੱਤੇ ਕਰਨ ਵਾਲਾ। ਸੂਰਜ ਚੜ੍ਹਦੇ ਸਾਰ ਨਿੱਕਾ ਜਿਹਾ ਗੋਲ ਸ਼ੀਸ਼ਾ ਤੇ ਮੋਚਣਾ ਫੜ ਕੰਧ ਨਾਲ ਢੋ ਲਾ ਕੇ ਬੈਠ ਜਾਂਦਾ ਸੀ ਆਪਣੇ ਧੌਲੇ ਚੁਗਣ। ਉਹਦੇ ਵੈਲੀ ਯਾਰ ਵੀ ਉਸੇ ਘਰ ਬੜੇ ਰਹਿੰਦੇ, ਦਾਰੂ ਪੀਂਦੇ, ਬੁਲਬੁਲੀਆਂ ਮਾਰਦੇ। ਮੈਂ ਤੇ ਬੀਬੀ ਡਰਦੇ ਮਾਰੇ ਅੰਦਰ ਬੜੇ ਕੁਸਕਦੇ ਨਾ। ਗੁਲਜ਼ਾਰੀ ਕਈ ਵਾਰੀ ਦਿਨੇ ਉਹਨਾਂ ਨੂੰ ਘਰੇ ਛੱਡ ਮੈਨੂੰ ਕੰਧਾੜੇ ਚੁੱਕ ਕੇ ਦੂਰ ਰੋਹੀ ਵੱਲ ਨਿਕਲ ਜਾਂਦਾ ਸੀ। ਐਵੇਂ ਆਵਾਗੌਣ ਤੁਰੀ ਫਿਰਦਾ। ਮੈਂ ਘਰ ਜਾਣ ਲਈ ਜ਼ਿੱਦ ਕਰਦਾ ਤਾਂ ਮੈਨੂੰ ਵਰਾਉਣ ਦੇ ਬਹਾਨੇ ਅੱਕ ਦੇ ਫੁੱਲਾਂ ਦੀਆਂ ਨਿੱਕੀਆਂ ਭੰਬੀਰੀਆਂ 'ਚ ਤਿੱਖੀਆਂ ਸੂਲਾਂ ਪਰੋ ਕੇ ਖੇਡਣ ਨੂੰ ਦਿੰਦਾ। ਪੁਰੇ ਦੀ ਵਗਦੀ ਹਵਾ 'ਚ ਭੰਬੀਰੀਆਂ ਤੇਜ਼ ਘੁੰਮਣ ਲੱਗਦੀਆਂ। ਤਿੱਖੀ ਸੂਲ ਦੇ ਮੁੱਢ ਵਾਲੇ ਸਿਰੇ ਨੂੰ ਮੈਂ ਹੱਥ 'ਚ ਫੜੀ ਹਵਾ ਦੇ ਜ਼ੋਰ ਘੁੰਮਦੀ ਭੰਬੀਰੀ ਨੂੰ ਗੌਰ ਨਾਲ ਤੱਕਦਾ। ਥੋੜੇ ਚਿਰ 'ਚ ਹੀ ਮੇਰੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗਦੇ। ਮੈਨੂੰ ਲੱਗਦਾ ਜਿਵੇਂ ਉਹਨਾਂ ਨਿੱਕੀਆਂ ਭੰਬੀਰੀਆਂ ਨਾਲ ਮੈਂ ਵੀ ਜ਼ੋਰ ਦੀ ਘੁੰਮੀ ਜਾਣਾ ਤੇ ਮੇਰਾ ਸਿਰ ਚਕਰਾਉਣ ਲੱਗਦਾ ਤਾਂ ਮੈਂ ਸੁੱਕੀ ਰੋਹੀ ਦੇ ਕੰਢੇ ਦੀ ਰੋੜਾਂ ਵਾਲੀ ਜ਼ਮੀਨ ਤੇ ਨਿੱਠ ਕੇ ਬੈਠੇ ਗੁਲਜ਼ਾਰੀ ਵੱਲ ਵੇਖਦਾ। ਉਹਦਾ ਰੱਸੇ ਵਾਂਗ
ਵਲੇਟੀ ਮੈਲੀ ਜੀ ਪੱਗ ਹੇਠੋਂ ਖਿੰਡੇ ਵਾਲਾਂ ਦੀਆਂ ਕਰੜ ਬਰੜੀਆਂ ਜੀਆਂ ਜਟੂਰੀਆਂ ਬਾਹਰ ਨੂੰ ਝਾਕਦੀਆਂ ਤੇ ਹਵਾ ਦੇ ਜ਼ੋਰ ਇੱਧਰ ਉੱਧਰ ਨੂੰ ਹਿੱਲਦੀਆਂ। ਰੂੰ ਦੇ ਫੰਬਿਆਂ ਵਰਗੇ ਹਵਾ ਚੋੜਦੇ ਮਾਈ ਬੁੱਢੀ ਦੇ ਝਾਟੇ ਉਹਦੀ ਪੋਟਾ ਵਧੀ ਬੇਟਭੀ ਜੀ ਦਾੜੀ 'ਚ ਫਸੇ ਵਿਖਾਈ ਦਿੰਦੇ। ਉਹ ਆਪਣੀਆਂ ਚੁੰਨੀਆਂ ਦੀਆਂ ਅੱਖਾਂ ਮੀਟ ਜਦੋਂ ਮੇਰੇ ਵੱਲ ਝਾਕਦਾ ਤਾਂ ਮੈਨੂੰ ਉਹ ਤੋਂ ਖੌਫ ਜਿਹਾ ਆਉਂਦਾ ਸੀ। ਤੇ ਜਦੋਂ ਅਸੀਂ ਘਰ ਮੁੜਦੇ ਤਾਂ ਬੀਬੀ ਲੋਹੀ ਲਾਖੀ ਹੋਈ ਮੁੱਦੇ ਮੂੰਹ ਪਈ ਹੁੰਦੀ ਸੀ। ਗੁਲਜ਼ਾਰੀ 'ਚ ਉਹਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਹੁੰਦੀ। ਉਹ ਚੁੱਪ-ਚੁਪੀਤਾ ਬੱਕਰੀ ਦੇ ਥਣਾ ਨੂੰ ਪਾਇਆ ਝੋਲਾ ਲਾਉਂਦਾ, ਪਾਣੀ ਦੇ ਛਿੱਟੇ ਮਾਰ ਬੱਕਰੀ ਨੂੰ ਪਸਮਾਉਣ ਬੈਠ ਜਾਂਦਾ, ਸਿਲਵਰ ਦੇ ਡੋਲੂ 'ਚ ਧਾਰ ਕੱਢਦਾ ਤੇ ਫਿਰ ਚਿਬ ਖੜੀਬੀ ਪਤੀਲੀ 'ਚ ਚਾਹ ਬਣਾ ਕੇ ਚੁੱਪ-ਚਾਪ ਬੀਬੀ ਦੇ ਸਿਰਹਾਣੇ ਧਰ ਆਉਂਦਾ ਸੀ। ਬੇਸ਼ੱਕ ਬੀਬੀ ਜ਼ਬਾਨੋਂ ਕੁਛ ਨਹੀਂ ਸੀ ਬੋਲਦੀ, ਪਰ ਉਹਦੇ ਗੁਸੈਲ ਚਿਹਰੇ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ ਤੇ ਉਹ ਤੋਂ ਭੈਂ ਵੀ ਖਾਂਦਾ ਸੀ। ਮੈਂ ਲਾਗੇ ਬੈਠਾ ਸੋਚਦਾ ਹੁੰਦਾ ਕਿ ਜਦੋਂ ਵੀ ਓਪਰੇ ਬੰਦਿਆਂ ਨੂੰ ਇਕੱਲੇ ਘਰ ਛੱਡ ਕੇ ਮੈਨੂੰ ਰੋਹੀ ਵੱਲ ਲੈ ਕੇ ਜਾਂਦਾ ਹੈ ਤਾਂ ਬੀਬੀ ਉਦੋਂ ਹੀ ਗੁੱਸੇ ਦੀ ਹਾਲਤ 'ਚ ਹੁੰਦੀ ਹੈ। ਗੁੱਸਾ ਵੀ ਇੰਨਾ ਕਿ ਜਿਵੇਂ ਅਗਲੇ ਨੂੰ ਚੀਰ ਕੇ ਰੱਖ ਦੇਗੀ। ਇਹ ਮੈਨੂੰ ਇਸ ਤਰ੍ਹਾਂ ਜ਼ਬਰਦਸਤੀ ਕਿਉਂ ਲੈ ਕੇ ਘਰੋਂ ਦੂਰ ਨਿਕਲ ਜਾਂਦਾ ਸੀ, ਮੈਨੂੰ ਇਸ ਬਾਰੇ ਕੁਝ ਵੀ ਔੜਦਾ ਸੁੱਝਦਾ ਨਹੀਂ ਸੀ। ਉਸ ਰਾਤ ਤਾਂ ਹੱਦ ਹੀ ਹੋ ਗਈ ਸੀ। ਜਦੋਂ ਇਹ ਤੇ 2 ਜਣੇ ਹੋਰ ਗਈ ਰਾਤ ਤੀਕ ਵਾੜੇ 'ਚ ਬੈਠੇ ਦਾਰੂ ਪੀਂਦੇ ਰਹੇ ਸੀ। ਮੈਂ ਤੇ ਬੀਬੀ ਵੇਲੇ ਸਿਰੇ ਵਿਰਲਾਂ ਜੀਆਂ ਵਾਲੇ ਤਖਤਿਆਂ ਵਾਲਾ ਬੂਹਾ ਢੋ ਕੇ ਲੰਮੇ ਪੈ ਗਏ ਸੀ। ਪਤਾ ਨਹੀਂ ਕਦੋਂ ਗੁਲਜ਼ਾਰੀ ਦੱਬੇ ਪੈਰੀ ਅੰਦਰ ਆਇਆ ਸੀ ਤੇ ਮੈਨੂੰ ਸੁੱਤੇ ਪੈ ਨੂੰ ਬੀਬੀ ਲਾਗਿਓਂ ਚੁੱਕਣ ਲੱਗਿਆ ਸੀ। ਦੋਹਾਂ ਦੀ ਖੋਹ ਖਿੰਝ 'ਚ ਮੈਂ ਜਾਗ ਪਿਆ ਸੀ ਤੇ ਉੱਚੀ ਡਾਡਾ ਮਾਰਨ ਲੱਗਿਆ ਸੀ। ਗੁਲਜ਼ਾਰੀ ਨੇ ਫੁੰਕਾਰਾ ਮਾਰਦਿਆਂ ਮੇਰੀ ਗਿੱਚੀ 'ਚ ਜ਼ੋਰ ਦੀ ਇੱਕ ਛੱਡੀ ਤੇ ਨਾਲ ਹੀ ਚੁੱਪ ਹੋ ਜਾ ਕੰਜਰ ਦਿਆ ਕਹਿੰਦਿਆਂ ਦਬਕਾ ਵੀ ਮਾਰਿਆ ਸੀ। ਮੇਰੀ ਗਿੱਚੀ 'ਚ ਵੱਜਣ ਕਰਕੇ ਬੀਬੀ ਨੇ ਆਪਣੀ ਪਕੜ ਢਿੱਲੀ ਕਰ ਦਿੱਤੀ ਸੀ ਤੇ ਮੈਂ ਡਰਦਾ ਮਾਰਾ ਦੜ ਵੱਟ ਗਿਆ ਸੀ। ਉਹਨੇ ਆਪਣੇ ਉੱਪਰ ਲਏ ਖੇਸ ਦੇ ਝੁੰਗਲ ਮਾਟੇ 'ਚ ਮੈਨੂੰ ਲਿਆ ਤੇ ਬਾਂਸ ਦੀਆਂ ਪੌੜੀ ਦੇ ਡੰਡਿਆਂ ਤੇ ਪੈਰ ਧਰਦਾ ਕੋਠੇ ਦੀ ਛੱਤ ਤੇ ਜਾ ਕੇ ਬਹਿ ਗਿਆ। ਰਾਤ ਦੇ ਸੰਘਣੇ ਘੁੱਪ ਹਨੇਰੇ 'ਚ ਮੈਂ ਉਹਦੀ ਬੁੱਕਲ 'ਚ ਵੜਿਆ, ਡਰ ਤੇ ਖੌਫ ਦਾ ਮਾਰਿਆ ਕੁਸਕਦਾ ਤੱਕ ਨਹੀਂ ਸੀ। ਥੋੜੇ ਚਿਰ 'ਚ ਕੋਠੇ ਅੰਦਰੋਂ ਗੁੱਥਮ ਗੁੱਥਾ ਹੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਲੱਗਦਾ ਸੀ ਕੋਈ ਬੀਬੀ ਨਾਲ ਹੱਥੋਂ ਪਾਈ ਹੋ ਰਿਹਾ ਹੈ। ਬੀਬੀ ਕਿਸੇ ਕੋਲੋਂ ਛੁੱਟਣ ਦਾ ਯਤਨ ਕਰਦਿਆਂ ਉੱਚੀ ਚੀਕਣ ਦੀ ਕੋਸ਼ਿਸ਼ ਕਰ ਰਹੀ ਸੀ। ਕੋਈ ਉਹਦੇ ਮੂੰਹ ਤੇ ਜ਼ੋਰ ਨਾਲ ਹੱਥ ਰੱਖਦਾ ਹੈ, ਜਿਸ ਕਰਕੇ ਉਹਦੀ ਚੀਕਣ ਦੀ ਆਵਾਜ਼ ਕਮਰੇ ਅੰਦਰ ਹੀ ਦਫਨ ਹੋ ਕੇ ਰਹਿ ਜਾਂਦੀ ਹੈ। ਮੈਂ ਖੇਸ ਦੀ ਬੁੱਕਲ ਅੰਦਰੋਂ ਥੋੜੀਆਂ ਜਿਹੀਆਂ ਅੱਖਾਂ ਖੋਲਦਾ, ਘੁੱਪ ਹਨੇਰਾ ਤੇ ਘੁੱਟਣ ਹੈ ਚਾਰੇ ਪਾਸੇ। ਗੁਲਜ਼ਾਰੀ ਦੇ ਗੰਦੀ ਹਵਾੜ ਮਾਰਦੇ ਤੇਜ਼ ਚੱਲਦੇ ਸਾਹ ਤੇ ਉਹਦਾ ਕਲੇਜਾ ਧੜਕਣ ਦੀ ਬਜਾਏ ਜ਼ੋਰ ਦੀ ਵੱਜਦਾ ਸੁਣਾਈ ਦਿੰਦਾ ਸੀ। ਹੇਠਲਾ ਰੌਲਾ ਮੱਠਾ ਪੈਣ ਦੀ ਬਜਾਏ ਜ਼ਿਆਦਾ ਹੀ ਵੱਧਦਾ ਲੱਗਦਾ ਸੀ। ਗੁਲਜ਼ਾਰੀ ਬੈਠਾ ਥੋੜਾ ਕੁ ਬਨੇਰੇ ਵੱਲ ਸਰਕ ਕੇ ਹੇਠਾਂ ਵੇਖਣ ਦੀ ਕੋਸ਼ਿਸ਼ ਕਰਦਾ ਹੈ। ਗੁਲਜ਼ਾਰੀ ਕੋਠੇ ਹੇਠੋਂ ਕੋਈ ਦੱਬਵੀਂ ਜੀ ਆਵਾਜ਼ ਮਾਰਦਾ ਹੈ। ਗੁਲਜ਼ਾਰੀ ਬਨੇਰੇ ਤੋਂ ਦੀ ਧੌਣ ਥੋੜੀ ਅੱਗੇ ਕਰਕੇ ਹੌਲੀ ਜੀ ਹੂੰ ਕਹਿੰਦਾ ਹੈ। ਹੇਠਾਂ ਛੇਤੀ, ਗੂੰਗੀ ਦੰਦੀਆਂ ਵੜਦੀ ਹੈ ਅੱਗੇ। ਉਹ ਮੈਨੂੰ ਕੋਠੇ ਦੀ ਛੱਤ ਤੇ ਬਿਠਾ ਕੇ ਕਾਲੀ ਹੇਠਾਂ ਜਾ ਉਤਰਿਆ ਸੀ। ਮੈਂ ਪੈਰਾਂ ਭਾਰ ਕੋਂਗੜ ਕੇ ਬੈਠਾ ਆਸ-ਪਾਸੇ ਝਾਕ ਰਿਹਾ ਸੀ। ਹਨੇਰੇ ਦੀ ਸੰਘਣੀ ਚਾਦਰ ਚਾਰੇ ਪਾਸੇ ਪਸਰੀ ਹੋਈ ਸੀ। ਅੰਬਰਾਂ ਚੰਦ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਸੀ। ਕਾਲੀ ਤੇ ਹਨੇਰੀ ਰਾਤ 'ਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ ਕਿਧਰੇ। ਮੈਂ ਡਰਿਆ ਤੇ ਸਹਿਮਿਆ ਹੋਇਆ 2 ਕੁ ਪੈਰ ਬਨੇਰੇ ਵੱਲ ਨੂੰ ਸਰਕ ਗਿਆ ਸੀ ਤੇ ਬਨੇਰੇ ਤੋਂ ਉੱਪਰ ਨੂੰ ਵਧੇ ਪੌੜੀ ਦੇ ਪਾਟੇ ਬਾਂਸਾਂ ਨੂੰ ਫੜ ਕੇ ਹੇਠਾਂ ਨੂੰ ਵੇਖਣ ਲੱਗਿਆ ਸਾਂ। ਕੁਝ ਨਹੀਂ ਸੀ ਦਿਸਦਾ ਹੇਠਾਂ ਵੀ। ਕਦੀ ਕਿਸੇ ਨੂੰ ਕੁਝ ਵੱਜਣ ਦੀਆਂ ਆਵਾਜ਼ਾਂ ਆਉਂਦੀਆਂ ਸਨ। ਫਿਰ ਬੁੜਬੁੜ ਕਰਦੇ 2 ਜਣੇ ਕਮਰੇ ਅੰਦਰੋਂ ਬਾਹਰ ਨਿਕਲਦੇ ਆ ਤਾਂ ਮੈਨੂੰ ਝੋਲਾ ਜਾ ਪਿਆ। ਪਿੱਛੇ ਗੁਲਜ਼ਾਰੀ ਵੀ। ਹਨੇਰੇ 'ਚ ਪਰਛਾਵੇਂ ਜੇ ਸਰਕਦੇ ਬੇਤਰਤੀਬੇ ਵਿਹੜੇ 'ਚੋਂ ਬਾਹਰ ਨੂੰ ਜਾਂਦੇ ਝਾਟੀ ਕਿਧਰੇ ਲੋਪ ਹੋ ਗਏ ਸੀ। ਮੈਂ 2 ਕੁ ਚੱਪੇ ਗੋਲ ਜੇ ਬਨੇਰੇ ਲਾਗੇ ਪੌੜੀ ਦੇ ਆਸਰੇ ਨਾਲ ਪੈਰਾਂ ਭਾਰ ਬੈਠਾ ਉੱਚੀ ਸਾਹ ਨਹੀਂ ਸੀ ਲੈ ਰਿਹਾ। ਥੋੜੀ ਸ਼ਾਂਤੀ ਹੋਈ ਤਾਂ ਪੈਰ ਘਸੀਟਦੀ ਬੀਬੀ ਕਮਰੇ ਅੰਦਰੋਂ ਬਾਹਰ ਨਿਕਲੀ ਸੀ ਤੇ ਸੰਭਲ ਡੰਡਿਆਂ ਤੇ ਪੈਰ ਧਰਦੀ ਬਨੇਰੇ ਤੱਕ ਆਣ ਪੜੀ ਸੀ। ਆਪਣੇ ਗਲ ਪਾਏ ਕਮੀਜ਼ ਦੀ ਬਾਹ ਨਾਲ ਉਹਨੇ ਅੱਖਾਂ ਵਿਚਲੇ ਪਾਣੀ ਨੂੰ ਸਾਫ਼ ਕੀਤਾ ਤੇ ਦੋਹੇ ਬਾਹਾਂ ਉੱਪਰ ਕਰਕੇ ਮੇਰੇ ਹੱਥ ਸਿਖਰਲੇ ਡੰਡੇ ਨੂੰ ਪਵਾ ਕੇ ਮੈਨੂੰ ਆਪਣੇ ਅੱਗੇ ਪੌੜੀ ਤੇ ਖੜੇ ਕਰ ਲਿਆ ਸੀ। ਆਪਣੇ ਆਸਰੇ ਨਾਲ ਇੱਕ ਡੰਡਾ ਉਤਰਦੀ ਬੀਬੀ ਮੈਨੂੰ ਕੋਠੇ ਅੰਦਰ ਲੈ ਗਈ ਸੀ। ਮੈਨੂੰ ਚੇਤੇ ਹੈ ਉਹ ਰਾਤ ਭਰ ਬੁਸਕਦੀ ਰਹੀ ਸੀ ਤੇ ਲਾਗੇ ਪਏ ਨੂੰ ਮੈਨੂੰ ਵੀ ਚੱਜ ਨਾਲ ਨੀਂਦ ਨਹੀਂ ਸੀ ਆਈ। ਰਾਤ ਦਾ ਨਿਕਲਿਆ ਗੁਲਜ਼ਾਰੀ ਦਿਨ ਚੜੇ ਵੀ ਘਰ ਨਹੀਂ ਸੀ ਮੁੜਿਆ। ਬੀਬੀ ਨੇ ਵੀ ਉੱਠ ਕੇ ਚੁੱਲ੍ਹੇ ਅੱਗ ਨਹੀਂ ਸੀ ਬਾਲੀ ਉਸ ਦਿਨ।
ਚੌਂਕੇ ਦੇ ਓਟੇ ਨਾਲ ਢੋ ਲਾ ਕੇ ਬੈਠੀ ਨੇ ਆਪਣਾ ਸਿਰ ਗੋਡਿਆਂ 'ਚ ਦੇ ਰੱਖਿਆ ਸੀ ਤੇ ਮੁੜ-ਮੁੜ ਅੱਖਾਂ ਪੂੰਝਦੀ ਰਹੀ ਸੀ। ਮੈਂ ਉਹਦੀ ਵੱਖੀ ਨਾਲ ਜੁੜ ਕੇ ਬੈਠਾ ਜ਼ਮੀਨ ਤੇ ਗੋਲ-ਗੋਲ ਲੀਕਾਂ ਜਿਹੀਆਂ ਮਾਰੀ ਜਾ ਰਿਹਾ ਸਾਂ, ਜਿਸ ਦਾ ਕੋਈ ਸਿਰਾ ਮੇਰੇ ਹੱਥ ਨਹੀਂ ਸੀ ਲੱਗ ਰਿਹਾ। ਪਰਾਂ ਵਿਹੜੇ 'ਚ ਰਾਤ ਦਾ ਖੁੱਲਾ ਬੁੱਢਾ ਬੱਕਰਾ ਬੋ ਕਰਦਾ ਸਿਆਣੀਆਂ ਬੱਕਰੀਆਂ ਤੇ ਨਿਆਣੀਆਂ ਪੱਠਾਂ ਦੇ ਮਗਰ ਬੁੱਕਦਾ ਫਿਰਦਾ ਸੀ। ਉਹ ਵਿਚਾਰੀਆਂ ਆਪਣਾ ਬਚਾਅ ਕਰਨ ਲਈ ਮੈਂ ਕਰਦੀਆਂ ਇੱਧਰ-ਉੱਧਰ ਭੱਜਦੀਆਂ ਇੱਕ ਦੂਜੀ 'ਚ ਵੱਜ ਰਹੀਆਂ ਸਨ ਤੇ ਹਾਰ ਹੰਭ ਕੇ ਵਾੜੇ ਦੀ ਅਗਲੀ ਗੁੱਠੇ ਇੱਕ ਦੂਜੀ ਨਾਲ ਲੱਗ ਕੇ ਜਾ ਖਲੋਂਦੀਆਂ ਸਨ। ਰਾਤ ਦੇ ਪਏ ਰੌਲੇ ਗੋਲੇ ਦੀ ਕੰਸੋ ਪਤਾ ਨਹੀਂ ਕਿੰਜ ਪਿੰਡ 'ਚ ਪਹੁੰਚ ਗਈ ਸੀ। ਬੜੀ ਤੋਏ ਹੋਈ ਸੀ ਗੁਲਜ਼ਾਰੀ ਦੀ ਉਸ ਦਿਨ। ਪਰੇ 'ਚ ਖਲੋਤੇ ਨੂੰ ਤਾਈ ਭਜਨ ਕੌਰ ਨੇ ਫਿੱਟ ਤੋਏ ਕਰਦਿਆਂ ਘੂਰਿਆ ਸੀ, ਕੰਜਰਾ ਬੇਜ਼ਬਾਨ ਤੀਵੀਂ ਨੂੰ ਆਪਣੀ ਭੇਡ ਬੱਕਰੀ ਸਮਝ ਰੱਖਿਆ ਸੀ। ਜਾਨਵਰ ਤੇ ਵੀ ਲੋਕ ਰਹਿਮ ਕਰਦੇ ਆ। ਤਾਰੋ ਦੇ ਪਿੰਡੇ ਤੇ ਵੱਜੇ ਖਰੂਨ ਮੈਂ ਆਪ ਅੰਦਰ ਆ ਕੇ ਵੇਖ ਕੇ ਆਈਆਂ, ਜਿਵੇਂ ਹਲਕੇ ਕੁੱਤਿਆਂ ਨੇ ਨੋਚਿਆ ਹੁੰਦਾ ਉਹਨੂੰ। ਨਾਲ ਪਏ ਨਿਆਣੇ ਦੀ ਕਿਤੇ ਬੰਦਾ ਸ਼ਰਮ ਕਰਦਾ ਹੈ। ਕਮੀਨ ਪੁਣੇ ਦੀ ਵੀ ਕੋਈ ਹੱਦ ਹੁੰਦੀ ਹੈ। ਜੇ ਤੀਵੀਂ ਦੀ ਇੱਜ਼ਤ ਦਾ ਭਾਈਵਾਲ ਨਹੀਂ ਤਾਂ ਕਾਹਨੂੰ ਘਰ ਰੱਖਿਆ ਹੀ? ਕਰਮਾ ਮਾਰੀ ਨੂੰ ਜਾਣਦੇ ਆਪੇ ਕਿਤੇ ਮੰਗ ਤੰਗ ਕੇ ਗੁਜ਼ਾਰਾ ਕਰ ਲੈਣਗੇ ਮਾਂ ਪੁੱਤ। ਤੇ ਜਿਹਦੇ ਮੂੰਹ ਨੂੰ ਰੱਬ ਨੇ ਹੀ ਜੰਦਰਾ ਮਾਰ ਛੱਡਿਆ ਉਮਰ ਭਰ ਦਾ, ਕਿਸੇ ਵੇਲੇ ਘੜੀ 'ਚ ਇਹੋ ਜਿਹੀ ਬੇਜ਼ੁਬਾਨੀ ਦੀ ਬਦਵਾਈ ਲੱਗੀ ਨਾ ਕਿਤੇ ਉੱਥੇ ਕੀੜੇ ਪੈਣੇ ਆ ਜਿੱਥੋਂ ਕੋਈ ਕੱਢਣ ਵਾਲਾ ਨਾ ਹੋਵੇ। ਤਾਈ ਭਜਨ ਕੌਰ ਦਾ ਬੋਲਦਿਆਂ ਅੱਖਾਂ ਦਾ ਰੰਗ ਲਾਲ ਸੁਰਖ ਹੋ ਗਿਆ ਸੀ। ਜੁੜੀ ਪਰੇ ਨੇ ਵੀ ਝਿੜਕਿਆ ਝੰਬਿਆ ਸੀ ਤੇ ਨਾਲ ਤਾੜਨਾ ਵੀ ਕੀਤੀ ਕਿ ਜਾਂ ਤਾਂ ਕਿਸੇ ਲੋੜਵੰਦ ਤੇ ਇੱਜ਼ਤ ਵਾਲੇ ਘਰ ਛੱਡ ਕੇ ਆਏ ਇਹਨਾਂ ਨੂੰ, ਨਹੀਂ ਤਾਂ ਕਿਸੇ ਮੰਦਰ ਗੁਰਦੁਆਰੇ ਅਸੀਂ ਆਪ ਛੱਡ ਕੇ ਆਈਏ। ਗੁਲਜ਼ਾਰੀ ਇਹ ਸਵੇਰਾਂ ਸੱਚਮੁੱਚ ਹੀ ਡਰ ਗਿਆ ਸੀ। ਲੋੜਵੰਦ ਉਹਦੀ ਨਜ਼ਰ 'ਚ ਸੀ, ਜਿਨ੍ਹਾਂ ਨੂੰ ਸਾਈ ਉਹਨੇ ਪਹਿਲਾਂ ਹੀ ਲਾਈ ਹੋਈ ਸੀ। ਉਹ 2 ਕੁ ਦਿਨ ਬਾਅਦ ਲੋ ਲੱਗਣ ਤੋਂ ਪਹਿਲਾਂ ਹੀ ਮੱਸਿਆ ਨਹਾਉਣ ਬਾਨੇ ਸਾਨੂੰ ਘਰੋਂ ਲੈ ਕੇ ਤੁਰਿਆ ਸੀ ਤੇ ਸਾਰਾ ਦਿਨ ਇੱਧਰ ਉੱਧਰ ਘੁੰਮਦਾ ਘੁਮਾਉਂਦਾ ਰਾਤ ਪਈ ਉਹਨੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ। ਘੜੀ ਨੇ ਅਲਾਰਮ ਵਜਾਇਆ ਤੇ ਮੇਰੀ ਸੁਰਤੀ ਕਮਰੇ ਅੰਦਰ ਪਰਤਦੀ ਹੈ। ਬੀਬੀ ਨੇ ਇਸ ਵੇਲੇ ਦਾ ਅਲਾਰਮ ਲਵਾ ਰੱਖਿਆ ਮੈਥੋਂ। ਅਲਾਰਮ ਵੱਜਣ ਸਾਰ ਉੱਠ ਬੈਠਦੀ ਸੀ। ਕੋਈ ਕੰਮ ਧੰਦਾ ਨਾ ਵੀ ਹੋਵੇ ਤਾਂ ਵੀ ਵੇਲੇ ਸਿਰ ਉੱਠਣ ਦੀ ਆਦਤ ਨਹੀਂ ਛੱਡੀ ਇਹਨੇ। ਮੈਂ ਚੁਗਾਠ ਦੇ ਸੇਰੂ ਨੂੰ ਹੱਥ ਪਾ ਕੇ ਖੜਾ ਕਮਰੇ ਅੰਦਰ ਝਾਕਦਾ। ਬੀਬੀ ਅੱਜ ਨਹੀਂ ਉੱਠੀ, ਸਿੱਧੀ ਸਤੌਲ ਪਈ ਹੈ, ਜਿਵੇਂ ਮੈਂ ਲਟਾ ਕੇ ਆਇਆ। ਮੈਨੂੰ ਪਤਾ ਇਹਦੇ ਕੋਲੋਂ ਆਪਣੇ ਆਪ ਹੁਣ ਉੱਠ ਵੀ ਨਹੀਂ ਹੋਣਾ। ਆਸਰੇ ਨਾਲ ਬਿਠਾਉਣਾ ਪੈਣਾ ਹੈ। ਪੈਰ ਪੁੱਟਣਾ ਤਾਂ ਕਿਤੇ ਕਰਮਾਂ ਨਾਲ ਹੀ ਹੈ। ਪੈਰ ਤਾਂ ਬੀਬੀ ਨੇ ਜਿਉਂ ਇਸ ਵਿਹੜੇ 'ਚ ਧਰਿਆ ਸੀ ਮੁੜ ਬਾਹਰ ਨਹੀਂ ਪੁੱਟਿਆ। ਹਮੇਸ਼ਾ ਕੰਮ 'ਚ ਰੁੱਝੀ ਰਹਿਣ ਵਾਲੀ ਬੀਬੀ ਨੇ ਵੱਡੀ ਬੇਬੇ ਦਾ ਮਨ ਜਿੱਤ ਲਿਆ ਸੀ। ਉਹ ਥਾਂ ਤੋਂ ਕਰੂਪ ਹੋਏ ਵਿਹੜੇ ਨੂੰ ਸੰਵਾਰਦੀ, ਚੰਡ ਕੇ ਅੰਦਰ ਬਾਹਰ ਬੌਕਰ ਦਿੰਦੀ। ਚੌਂਕੇ ਦੇ ਓਟੇ ਉੱਤੇ ਬਣੀਆਂ ਮੋਰ ਘੁੱਗੀਆਂ ਉਹਦੇ ਹੱਥਾਂ ਦੀ ਛੋਹ ਨਾਲ ਮੁੜ ਚਹਿਕ ਉੱਠੀਆਂ। ਬੀਬੀ ਨੂੰ ਵਿਹੜੇ 'ਚ ਇੱਧਰ ਉੱਧਰ ਫਿਰਦੀ ਵੇਖ ਘਰ ਵਿਚਲੇ ਦੋਹਾਂ ਜੀਆਂ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਉਸ ਦਿਨ ਲੋਡੇ ਕੁ ਵੇਲੇ ਵੱਡੀ ਬੇਬੇ ਨੇ ਮੈਨੂੰ ਕੋਲ ਬਿਠਾ ਕੇ ਮੇਰਾ ਨਾਮ ਪੁੱਛਿਆ ਸੀ। ਕੀ ਦੱਸਦਾ? ਸੁਣ ਕੇ ਮੈਂ ਦੁਚਿੱਤੀ ਜਿਹੀ 'ਚ ਪੈ ਗਿਆ ਸੀ। ਗੁਲਜ਼ਾਰੀ ਤਾਂ ਹਮੇਸ਼ਾ ਮੈਨੂੰ ਲੇਲਾ ਹੀ ਕਹਿੰਦਾ ਹੁੰਦਾ ਸੀ ਤੇ ਬੀਬੀ ਨੇ ਵੀ ਜਦ ਕਦੀ ਬੁਲਾਉਣਾ ਹੁੰਦਾ ਸੀ ਜਾਂ ਸੁੱਤੇ ਨੂੰ ਉਠਾਉਣਾ ਹੁੰਦਾ ਸੀ, ਬਹੁਤੀ ਵਾਰੀ ਤਾਂ ਉਹਦੇ ਟੋਨ ਤੇ ਹੀ ਮੈਂ ਚੁਕੰਨਾ ਹੋ ਜਾਂਦਾ ਸੀ ਤੇ ਉਸ ਵੱਲ ਵੇਖਦਿਆਂ ਹੀ ਉਹਦੀ ਗੱਲ ਵੀ ਸਮਝ ਜਾਂਦਾ ਸੀ। ਫਿਰ ਵੀ ਜੇ ਕਦੀ ਕਦਾਈ ਉਹ ਮੈਨੂੰ ਆਵਾਜ਼ ਮਾਰਦੀ ਵੀ ਸੀ ਤਾਂ ਜ਼ੋਰ ਲਾ ਕੇ ਉਹਦੇ ਮੂੰਹੋਂ ਪੀ ਪੂ ਹੀ ਨਿਕਲਦਾ ਸੀ। ਇਹ ਪੀ ਪੂ ਕਹਿ ਕੇ ਬੀਬੀ ਮੈਨੂੰ ਕਿਸ ਨਾਂ ਨਾਲ ਬੁਲਾਉਣਾ ਚਾਹੁੰਦੀ ਸੀ ਮੈਨੂੰ ਖੁਦ ਪਤਾ ਨਹੀਂ ਸੀ। ਮੈਂ ਪਰਾਂ ਹਟਵੀਂ ਬੈਠੀ ਬੀਬੀ ਵੱਲ ਵੇਖਿਆ। ਉਹ ਮਾਂ ਛੋਲਿਆਂ ਦੀ ਦਾਲ 'ਚੋਂ ਬੜੀ ਨੀਝ ਨਾਲ ਕੋਕੜੂ ਚੁੱਗ ਕੇ ਪਾਸੇ ਸੁੱਟ ਰਹੀ ਸੀ। ਭਾਵੇਂ ਉਹਦੇ ਕੰਨ ਸਾਡੇ ਵੱਲ ਸਨ, ਪਰ ਫਿਰ ਵੀ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਇੱਧਰ ਹੁੰਦੀ ਗੱਲਬਾਤ 'ਚ ਉਹਦੀ ਕੋਈ ਬਹੁਤੀ ਤਵੱਜੋ ਨਾ ਹੋਵੇ। ਮੇਰੇ ਮੂੰਹ ਕੁਝ ਵੀ ਜਵਾਬ ਨਾ ਸੁਣ ਕੇ ਬੇਬੇ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਗਲ 'ਚ ਲੈਂਦਿਆਂ ਕਿਹਾ ਕਿ ਅੱਜ ਮੰਗਲਵਾਰ ਹੈ, ਅੱਜ ਤੋਂ ਤੂੰ ਸਾਡਾ ਮੰਗਲ ਸਿਓ, ਠੀਕ ਹੈ? ਬੀਬੀ ਨੇ ਧੌਣ ਭੁਆ ਕੇ ਸਾਡੇ ਵੱਲ ਵੇਖਿਆ ਸੀ। ਉਹਦੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਖਿੰਡਰੀ ਹੋਈ ਸੀ। ਉਹਨੇ ਆਪਣੇ ਗੋਡਿਆਂ ਤੇ ਰੱਖੀ ਕਹਿੰਦੀ ਥਾਲੀ 'ਚ ਖਿਲਰੀ ਮਾਂ ਛੋਲਿਆਂ ਦੀ ਦਾਲ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਰਲਾਉਂਦਿਆਂ ਇੱਕ ਢੇਰੀ ਜੀ ਬਣਾ ਲਈ ਸੀ ਤੇ ਉੱਠ ਕੇ ਪਛਾੜਿਓਂ ਆਪਣਾ ਝੱਗਾ ਝਾੜਦੀ ਪਰ ਚੌਂਕੇ ਨੂੰ ਹੋ ਤੁਰੀ ਸੀ। ਬਾਹਰ ਆਰਨ ਤਪਾ ਕੇ ਬੈਠਾ ਪਾਪਾ ਕਿਸੇ ਨਾ ਕਿਸੇ ਕੰਮ ਦੇ ਬਹਾਨੇ ਮੈਨੂੰ ਆਵਾਜ਼ ਮਾਰ ਲੈਂਦਾ। ਮੈਂ ਵੇਖਦਾ ਕਿ ਢਾਰਾ ਕੰਮ ਕਰਵਾਉਣ ਆਏ ਬੰਦਿਆਂ ਨਾਲ ਭਰਿਆ ਹੁੰਦਾ ਸੀ। ਮੱਠੀ ਚਾਲੇ ਗਿੜਦੇ ਪੱਖੇ ਦੀ ਹਵਾ ਆਰਨ ਅੰਦਰਲੇ ਕੋਲਿਆਂ ਨੂੰ ਭਖਾ ਕੇ ਰੱਖਦੀ। ਉੱਪਰ ਬਣੀ ਲੂੰਬੀ 'ਚੋਂ ਨਿਕਲਦੇ ਧੂਏ ਦੇ ਨਾਲ
ਨਾਲ ਜਾਂਦੇ ਬਰੀਕ ਬਰੀਕ ਚਿੰਗਿਆੜਿਆਂ ਦੇ ਦ੍ਰਿਸ਼ ਨੂੰ ਮੈਂ ਗੌਰ ਨਾਲ ਵੇਖਦਾ। ਪਾਪੇ ਲਾਗੇ ਬੈਠਿਆਂ 'ਚ ਕੋਈ ਕਹਿੰਦਾ, ਲੈ ਭਾਈ ਕਰਮ ਸਿਆ, ਹੋਰ 4 ਵਰਿਆਂ ਨੂੰ ਤੇਰੇ ਬਰਾਬਰ ਬੈਠ ਕੇ ਦਾਤਰੀਆਂ ਦੇ ਦੰਦੇ ਕੱਢਿਆ ਕਰੂ ਮੁੰਡਾ। ਲਾਗਿਓ ਇੱਕ ਹੋਰ ਬੋਲਦਾ, ਵੀਰ ਮੇਰਿਆ, ਇਹ ਤਾਂ ਖਾਨਗਾਹ ਵਾਲੇ ਬਾਬਾ ਦੀ ਮਿਹਰ ਨਾਲ ਬੁੱਢੇ ਬਾਰੇ ਘਰ ਵਸਿਆ ਮਿਸਤਰੀ ਦਾ, ਨਹੀਂ ਤਾਂ ਇੰਨੇ ਵਰੇ ਪਹਿਲਾਂ ਮਿਸਤਰਾਣੀ ਦਾ ਛਿਲੇ 'ਚ ਜਵਾਕ ਸਣੇ ਪੂਰੀ ਹੋਈ ਦਾ ਸੱਲ ਕਿਤੇ ਘੱਟ ਸੀ। 12 ਵਰੀ ਜਾ ਕੇ ਕਿਤੇ ਆਸ ਬਣੀ ਸੀ, ਉਹ ਵੀ ਨਾ ਬੂਟਾ ਬਚਿਆ, ਨਾ ਫਲ ਹੱਥ ਲੱਗਾ, ਤੇ ਖਾਲੀ ਹੱਥ ਮਲਦੇ ਰਹਿ ਗਏ ਸੀ ਟੱਬਰ ਦੇ ਜੀ। ਇੱਕ ਹੋਰ ਨੇ ਗੱਲਬਾਤ ਦਾ ਰੁਖ ਬਦਲਣ ਵਾਸਤੇ ਪੁੱਛਿਆ। ਮੈਂ ਕਿਹਾ, ਮਿਸਤਰੀ ਸਾਹਿਬ, ਕਿੰਨੇ 'ਚ ਪੈ ਗਈ ਆਪਣੀ ਮਿਸਤਰਾਣੀ? ਭਰਾਵਾ ਰੱਬ ਜਾਣੇ, ਬੇਬੇ ਨੇ ਗੱਲ ਕੀਤੀ ਸੀ ਆਜੜੀ ਨਾਲ। ਪਾਪੇ ਨੇ ਆਪਣੇ ਵੱਲੋਂ ਗੱਲ ਮੁਕਾਈ ਸੀ। ਮੈਂ ਹੈਰਾਨੀ ਜਿਹੀ 'ਚ ਖਲੋਤਾ ਉਹਨਾਂ ਵੱਲ ਝਾਕਦਾ ਰਹਿੰਦਾ ਸਾਂ। ਖੜੇ ਖੜੇ ਦੀਆਂ ਮੇਰੀਆਂ ਲੱਤਾਂ 'ਚ ਕੀੜੀਆਂ ਤੁਰਨ ਲੱਗੀਆਂ, ਨਾਲ ਹੀ ਇੱਕ ਪੈਰ ਵੀ ਸੌਂ ਗਿਆ ਲੱਗਦਾ ਸੀ। ਮੈਂ ਕੰਧ ਦਾ ਆਸਰਾ ਲੈ ਕੇ ਵਾਰੂ ਵਾਰੀ ਆਪਣੀਆਂ 2 ਲੱਤਾਂ ਨੂੰ ਛੰਡਦਾ ਹਾਂ। ਨਾੜਾਂ 'ਚ ਲਹੂ ਦੀ ਗਤੀ ਮੁੜ ਤੋਂ ਹੋਣ ਲੱਗਦੀ ਹੈ। ਆਪਣੇ ਆਪ ਨੂੰ ਸਥਿਰ ਰੱਖਣ ਲਈ ਮੈਂ ਮੰਜੀ ਤੇ ਲੱਤਾਂ ਲਮਕਾ ਕੇ ਬੈਠ ਜਾਣਾ। ਬੀਬੀ ਮੁੜ ਮੇਰੀਆਂ ਸੋਚਾਂ ਦਾ ਹਿੱਸਾ ਬਣਦੀ ਹੈ। ਬੀਬੀ ਦਾ ਕਣਕ ਵੰਨਾ ਰੰਗ ਨਵੇਂ ਘਰ 'ਚ ਆ ਕੇ ਚਹਿਕ ਉੱਠਿਆ ਸੀ। ਪਾਪਾ ਆਨੀ ਬਹਾਨੀ ਬੀਬੀ ਦੇ ਲਾਗੇ ਬਹਿਣ ਦੀ ਕੋਸ਼ਿਸ਼ ਕਰਦਾ। ਵੱਡੀ ਬੇਬੇ ਚੁੱਪ ਚਪੀਤੀ ਸਹਿਜ ਨਾਲ ਟੋਕਰੀ ਫੜ ਕੇ ਬਾਹਰ ਢਾਰੇ ਨਾਲ ਖਿਲਰੇ ਸੱਕ ਇਕੱਠੇ ਕਰਨ ਤੁਰ ਪੈਂਦੀ। ਮੈਂ ਵੀ ਉਹਦੇ ਪਿੱਛੇ ਪਿੱਛੇ ਢਾਰੇ ਹੇਠ ਪਹੁੰਚ ਜਾਂਦਾ ਸੀ। ਬੇਬੇ ਕੱਲਾ ਕੱਲਾ ਸੱਕ ਚੁੱਕ ਕੇ ਟੋਕਰੀ 'ਚ ਸੁੱਟੀ ਜਾਂਦੀ, ਖਿਲਰੇ ਔਜ਼ਾਰਾਂ ਨੂੰ ਥਾਂ ਸਿਰ ਕਰਦੀ, ਕਦੀ ਉਪਰਾ ਝਾੜੂ ਫੇਰਨ ਲੱਗਦੀ। ਮੈਨੂੰ ਲੱਗਦਾ ਜਿਵੇਂ ਬੇਬੇ ਟਾਈਮ ਪਾਸ ਕਰਨ ਲਈ ਐਵੇਂ ਹੱਥ ਪੈਰ ਮਾਰ ਰਹੀ ਹੈ। ਮੈਂ ਸੱਕਾਂ ਵਾਲੀ ਟੋਕਰੀ ਚੁੱਲ੍ਹੇ ਅੱਗੇ ਧਰਨ ਜਾਂਦਾ, ਵੇਖਦਾ ਕਿ ਬੀਬੀ ਪਾਪੇ ਨੂੰ ਇਸ਼ਾਰਿਆਂ ਨਾਲ ਕੁਝ ਸਮਝਾਉਣ ਦਾ ਯਤਨ ਕਰ ਰਹੀ ਹੈ ਤੇ ਪਾਪਾ ਨਿਆਣਿਆਂ ਵਾਂਗ ਡੌਰ ਭੌਰ ਹੋਇਆ ਉਹਦੇ ਮੂੰਹ ਵੱਲ ਝਾਕੀ ਜਾਂਦਾ ਹੈ। ਮੈਂ ਵੇਖਦਾ ਕਦੀ ਉਹ ਆਪਣੀ ਵੀਣੀ ਨੂੰ ਹੱਥ ਲਾਉਂਦੀ ਹੈ, ਕਦੀ ਧੌਣ ਇੱਧਰ ਉੱਧਰ ਕਰਕੇ ਸਮਝਾਉਣ ਦਾ ਯਤਨ ਕਰਦੀ ਹੈ। ਬੀਬੀ ਦੇ ਨਿੱਕੇ ਨਿੱਕੇ ਇਸ਼ਾਰਿਆਂ ਨਾਲ ਕੀਤੀ ਗੱਲਬਾਤ ਪਾਪੇ ਦੇ ਜ਼ਿਹਨ 'ਚ ਨਾ ਪੈਂਦੀ ਵੇਖ ਕੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਚੌਂਕੇ ਲਾਗੇ ਖਲੋਤਾ ਹੀ ਬੋਲ ਪਿਆ, ਬੀਬੀ ਤਾਂ ਮੇਲਾ ਵੇਖਣ ਜਾਣ ਨੂੰ ਕਹਿੰਦੀ ਆ। ਸੁਣ ਕੇ ਪਾਪੇ ਦਾ ਚਿਹਰਾ ਖੇੜ ਉੱਠਿਆ ਸੀ, ਜਿਵੇਂ ਕੋਈ ਖਾਸ ਨੁਕਤਾ ਉਹਦੇ ਹੱਥ ਲੱਗ ਗਿਆ ਹੋਵੇ। ਮੈਂ ਕਈ ਵਾਰ ਵੇਖਦਾ ਦੋਹਾਂ ਦੇ ਨਿੱਕੇ ਨਿੱਕੇ ਹਾਸੇ ਠੱਠੇ ਜਾਂ ਬੀਬੀ ਵੱਲੋਂ ਲੁਕਵੇਂ ਜਿਹੇ ਇਸ਼ਾਰੇ 'ਚ ਕੀਤੀ ਗੱਲ ਜੇ ਪਾਪੇ ਦੀ ਸਮਝ 'ਚ ਨਾ ਪੈਂਦੀ ਤਾਂ ਮੈਨੂੰ ਆਵਾਜ਼ ਮਾਰ ਲੈਂਦਾ ਸੀ। ਮੈਂ ਗੱਲ ਸਮਝਣ ਲਈ ਬੀਬੀ ਵੱਲ ਵੇਖਦਾ, ਉਹਦੇ ਚਿਹਰੇ ਤੇ ਸੰਗ ਤੇ ਸ਼ਰਮ ਦੀ ਇੱਕ ਤਹਿ ਘੁਲ ਜਾਂਦੀ। ਬੀਬੀ ਮਿੱਠੀ ਜੀ ਘੂਰੀ ਵੱਟ ਕੇ ਮੈਨੂੰ ਵੱਡੀ ਬੀਬੇ ਵੱਲ ਜਾਣ ਦਾ ਇਸ਼ਾਰਾ ਕਰਦੀ। ਪਾਪਾ ਮੈਨੂੰ ਖਲੋ ਕੇ ਦੱਸਣ ਲਈ ਜ਼ੋਰ ਪਾਉਂਦਾ। ਮੇਰੇ ਕੋਲੋਂ ਕੁਝ ਛੁਪਾਉਣ ਦਾ ਯਤਨ ਕਰਦਿਆਂ ਬੀਬੀ ਆਪਣੇ ਚਿਹਰੇ ਅੱਗੇ ਚੁੰਨੀ ਦੇ ਪੱਲੇ ਦਾ ਉੱਲਾ ਕਰਦੀ। ਮੈਨੂੰ ਹਾਸਾ ਵੀ ਆਉਂਦਾ ਤੇ ਮਜ਼ਾ ਵੀ। ਮੈਂ ਉਹਨਾਂ ਵੱਲ ਵੇਖਦਿਆਂ ਚੰਬਲੀਆਂ ਪਾਉਂਦਾ ਸਾਂ ਤੇ ਵਿਹੜੇ 'ਚ ਉਹਨਾਂ ਦੇ ਇਰਦ ਗਿਰਦ ਭੱਜਿਆ ਫਿਰਦਾ ਸੀ। ਬੀਬੀ ਕਈ ਵਾਰ ਜ਼ੁਬਾਨੋਂ ਆਰੀ ਹੋਣ ਕਰਕੇ ਮਾਯੂਸ ਹੋ ਜਾਂਦੀ, ਖਾਸ ਕਰਕੇ ਵਿਆਹ ਸ਼ਾਦੀ ਦੇ ਸਮੇਂ, ਜਦੋਂ ਹੋਰ ਔਰਤਾਂ ਰਲ ਕੇ ਘੋੜੀਆਂ ਸੁਹਾਗ ਗਾਉਂਦੀਆਂ ਤਾਂ ਕੰਧ ਨਾਲ ਢੋਲ ਲਾ ਕੇ ਬੈਠੀ ਬੀਬੀ ਬੋਲਦੀਆਂ ਔਰਤਾਂ ਦੇ ਚਿਹਰਿਆਂ ਵੱਲ ਵੇਂਦੀ ਰਹਿੰਦੀ ਸੀ। ਉਹਦੇ ਆਪਣੇ ਚਿਹਰੇ ਤੇ ਉਦਾਸੀ ਦੀ ਇੱਕ ਤਹਿ ਘੁਲੀ ਹੁੰਦੀ ਸੀ। ਮੈਂ ਚਾਹੁੰਦਾ ਸਾਂ ਕਿ ਬੀਬੀ ਬੈਠੀਆਂ ਜਨਾਨੀਆਂ ਨਾਲ ਰਲ ਕੇ ਕੁਝ ਨਾ ਕੁਝ ਬੋਲੇ, ਕੁਝ ਨਾ ਕੁਝ ਬੋਲਣ ਦੀ ਕੋਸ਼ਿਸ਼ ਕਰੇ, ਸ਼ਾਇਦ ਇਹਦੀ ਜ਼ਬਾਨ ਚੱਲਣ ਲੱਗ ਜੇ, ਪਰ ਇੰਜ ਕਦੀ ਵੀ ਨਹੀਂ ਸੀ ਹੁੰਦਾ। ਹਰ ਵਾਰੀ ਮੇਰੇ ਪੱਲੇ ਨਿਰਾਸਤਾ ਹੀ ਪੈਂਦੀ ਸੀ ਤੇ ਬੀਬੀ ਦੇ ਨਾਲ ਨਾਲ ਮੇਰੇ ਤੇ ਵੀ ਉਦਾਸੀ ਦੀ ਇੱਕ ਪਰਤ ਜੰਮੀ ਰਹਿੰਦੀ ਸੀ। ਜਦੋਂ ਕਦੇ ਗਿੱਧੇ ਦਾ ਪਿੜ ਵੱਜਿਆ ਹੁੰਦਾ ਤਾਂ ਵਿੱਚੋਂ ਹੀ ਕੋਈ ਕਹਿੰਦੀ, ਨਹੀਂ ਹੁਣ ਤਾਰੋ ਨੂੰ ਵੀ ਨਚਾਓ। ਸੁਣ ਕੇ ਬੀਬੀ ਦਾ ਚਿਹਰਾ ਭਖਣ ਲੱਗਦਾ। ਉਹ ਪੈਰੀਂ ਪਾਈਆਂ ਚੱਪਲਾਂ ਇੱਕ ਪਾਸੇ ਲਾ ਦਿੰਦੀ, ਉੱਪਰ ਪਏ ਲੀੜੇ ਨੂੰ ਆਪਣੇ ਚਿਹਰੇ ਤੇ ਖਿਲਾਰ ਕੇ ਮੂੰਹ ਸਿਰ ਢੱਕ ਲੈਂਦੀ। ਪਿੜ 'ਚ ਕੋਈ ਬੋਲੀ ਬੋਲਦੀ, ਨੀ ਜਠਾਣੀਏ ਥਾਲੀ ਵਿੱਚ ਭਬਕਾ ਵੱਜਾ। ਬੀਬੀ ਆਪਣੀਆਂ ਦੋਵੇਂ ਬਾਹਾਂ ਸਿਰ ਤੋਂ ਉੱਪਰ ਕਰਕੇ ਗਿੱਧਾ ਪਾਉਣ ਲੱਗਦੀ। ਉਹਦੇ ਸਾਹਮਣੇ ਇੱਕ ਹੋਰ ਜਨਾਨੀ ਨਿੱਤਰਦੀ। ਬੀਬੀ ਸਾਹਮਣੇ ਵਾਲੀ ਜਨਾਨੀ ਦੇ ਪੈਰ ਨਾਲ ਬਰਾਬਰ ਪੈਰ ਉੱਪਰ ਨੂੰ ਚੁੱਕਦੀ ਤੇ ਨਾਲ ਮੂੰਹ ਤੇ ਲਈ ਚੁੰਨੀ ਹੇਠੋਂ ਫੂ ਫੂ ਦੀ ਆਵਾਜ਼ ਕੱਢ ਕੇ ਭਬਕਾ ਵਜਾਉਂਦੀ। ਸਾਹਮਣੇ ਵਾਲੀ ਦੀ ਹਾਰ ਹੋ ਜਾਂਦੀ, ਪਰ ਬੀਬੀ ਦਾ ਨਾ ਭਬਕਾ ਵੱਜਣਾ ਬੰਦ ਹੁੰਦਾ, ਨਾ ਹੀ ਪੈਰਾਂ ਦੀ ਤਾਲ 'ਚ ਕੋਈ ਫਰਕ ਪੈਂਦਾ। ਤੇ ਜਦੋਂ ਚੁੰਨੀ ਹਟਾਉਂਦੀ ਤਾਂ ਤਸੱਲੀ ਤੇ ਸ਼ਾਂਤੀ ਵਾਲੀ ਰਲਵੀਂ ਮਿਲਵੀਂ ਜਿਹੀ ਖੁਸ਼ੀ ਉਹਦੇ ਚਿਹਰੇ ਤੇ ਛਾਈ ਹੁੰਦੀ ਸੀ। ਘਰ ਸਾਂਭਣ ਨੂੰ ਬੀਬੀ ਨੇ ਕੋਈ ਕਸਰ ਨਹੀਂ ਸੀ ਛੱਡੀ। ਸਾਰਾ ਦਿਨ ਲੱਗੀ ਰਹਿੰਦੀ ਸੀ, ਖੁਸ਼ੀ ਇੱਕ ਕੰਮ ਨੂੰ ਛੱਡਦੀ ਝਟ ਦੂਜਾ ਜਾ ਫੜਦੀ ਸੀ। ਪਰ ਉਸ ਦਿਨ ਮੰਗਣ ਆਈ ਤਾਬੋ ਮਰਾਸਣ ਨੇ ਬੀਬੀ ਨੂੰ ਪਛਾਣ ਲਿਆ ਸੀ। ਉਸੇ ਦਿਨ ਤਰੇਲੀ ਹੋਈ ਬੀਬੀ ਦੇ ਨਵੇਂ ਰੂਪ ਦਾ ਪਤਾ ਚੱਲਿਆ ਸੀ। ਪਤਾ ਕਾਹਦਾ ਚੱਲਿਆ?
घर 'ਚ ਹੇਠਲੀ ਉਤਲੀ ਹੋ ਗਈ ਸੀ। ਹੇਠਲੀ ਉਤਲੀ ਵੀ ਐਸੀ ਕਿ ਵੱਡੀ ਬੇਬੇ ਜਿੰਨਾ ਚਿਰ ਰਹੀ ਸੀ ਬੀਬੀ ਤੋਂ ਵਿੱਥ ਬਣਾ ਕੇ ਰਹੀ ਸੀ। ਬੇਸ਼ੱਕ ਭਾਪੇ ਦੇ ਵਰਤਾਅ 'ਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ, ਪਰ ਬੇਬੇ ਉਹਦੇ ਹੱਥਾਂ ਦਾ ਰਿੱਝਿਆ ਪੱਕਾ ਵੀ ਲੱਗਦੀ ਵਾਏ ਘੱਟ ਵੱਧ ਹੀ ਖਾਂਦੀ ਸੀ। ਘਰ 'ਚ ਹੁੰਦੇ ਸ਼ਗਨਾਂ ਸਾਰਥਾਂ ਸਮੇਂ ਵੀ ਬੀਬੀ ਅੰਦਰ ਵੜੀ ਰਹਿੰਦੀ ਸੀ। ਕਿਸੇ ਡਰਾਉਣੀ ਫਿਲਮ ਵਾਂਗੂ ਇੰਨੇ ਵਰ੍ਹੇ ਪਹਿਲਾਂ ਵਾਪਰੀ ਘਟਨਾ ਮੇਰੇ ਸਾਹਮਣੇ ਮੁੜ ਸਾਕਾਰ ਹੋਣ ਲੱਗਦੀ ਹੈ। ਸਿਖਰ ਦੁਪਹਿਰ ਲੱਗੀ ਸੀ ਉਦੋਂ, ਪਰਛਾਵੇਂ ਅਜੇ ਢਲੇ ਨਹੀਂ ਸੀ। ਵੱਡੀ ਬੇਬੇ ਬਾਹਰਲੇ ਦਰਵਾਜ਼ਿਓਂ ਅੰਦਰ ਬਾਹਰ ਬਣੀ ਡਿਉੜੀ ਹੇਠਾਂ ਮੰਜੀ ਢਾ ਕੇ ਬੈਠੀ ਸੀ। ਉਹਦੇ ਹੱਥ 'ਚ ਫੜੇ ਅਟੇਰਨ ਨੂੰ ਮੈਂ ਗੌਰ ਨਾਲ ਵੇਖ ਰਿਹਾ ਸੀ। ਸੂਤ ਦੀ ਉਲਝੀ ਤਾਣੀ ਥਾਂ ਸਿਰ ਕਰਨ ਲਈ ਬੇਬੇ ਸੂਤ ਦੇ 3-4 ਤੰਦਾਂ ਦੇ ਸਿਰਿਆਂ ਨੂੰ ਇਕੱਠਾ ਫੜ ਕੇ ਅਟੇਰਨ ਦੁਆਲੇ ਵਲੇਟ ਰਹੀ ਸੀ। ਕਦੀ ਮੈਂ ਬੇਬੇ ਦੇ ਗੋਡਿਆਂ ਵਿੱਚ ਕਾਏ ਪਏ ਚੀਕੂ 'ਚੋਂ ਚਰਖੇ ਤੋਂ ਕੱਤ ਕੇ ਰੱਖੀਆਂ ਛੱਲੀਆਂ ਨੂੰ ਵੇਖਦਾ, ਜਿਨ੍ਹਾਂ ਨੂੰ ਬੇਬੇ ਤੰਦ ਕਰਕੇ ਉਧੇੜਦੀ ਜਾ ਰਹੀ ਸੀ। 3-4 ਛੱਲੀਆਂ ਚੀਕੂ ਅੰਦਰ ਬੁੜਕ ਬੁੜਕ ਕੇ ਇੱਕ ਦੂਜੇ ਦੇ ਉੱਪਰ ਹੇਠਾਂ ਡਿੱਗ ਕੇ ਅਜੀਬ ਜਿਹਾ ਤਮਾਸ਼ਾ ਕਰ ਰਹੀਆਂ ਸਨ। ਉਹਨਾਂ ਦੇ ਸ਼ੁਰੂ ਤੋਂ ਲੈ ਕੇ ਪੂਰੀ ਤਰ੍ਹਾਂ ਉਧੜਨ ਤੱਕ ਕਈ ਤਰ੍ਹਾਂ ਦੇ ਬਣਦੇ ਢਹਿੰਦੇ ਆਕਾਰ ਵੇਖ ਮੈਂ ਆਪ ਉਲਝਦਾ ਜਾਂਦਾ ਸੀ। ਅਜੇ ਮੈਂ ਇਸ ਅਜੀਬ ਜਿਹੀ ਉਲਝਣ ਤੋਂ ਬਾਹਰ ਨਹੀਂ ਸੀ ਨਿਕਲਿਆ ਜਦੋਂ ਮੈਲੇ ਜਿਹੇ ਲੀੜਿਆਂ ਵਾਲੀ, ਮੋਢੇ ਤੇ ਬਗਲੀ, ਹੱਥ 'ਚ ਪਤਲੀ ਜਿਹੀ ਲੰਮੀ ਸੋਟੀ ਤੇ ਹੋਰ ਨਿੱਕ ਸੁੱਕ ਫੜੀ ਇੱਕ ਮੰਗਣ ਵਾਲੀ ਬੂਹਿਓਂ ਅੰਦਰ ਆ ਖਲੋਤੀ ਸੀ। ਬੇਬੇ ਨੇ ਮੰਜੀ ਤੇ ਬੈਠੀ ਨੇ ਪੈਰ ਹੇਠਾਂ ਲਮਕਾ ਕੇ ਫੱਟੀ ਉਹਦੇ ਵੱਲ ਸਰਕਾਉਂਦਿਆਂ ਉਹਨੂੰ ਬਹਿਣ ਦਾ ਇਸ਼ਾਰਾ ਕੀਤਾ ਸੀ ਤੇ ਨਾਲ ਹੀ ਬੀਬੀ ਨੂੰ ਪਾਣੀ ਪਿਲਾਉਣ ਲਈ ਆਵਾਜ਼ ਵੀ ਮਾਰ ਦਿੱਤੀ ਸੀ। ਬੀਬੀ ਨੂੰ ਪਿੱਤਲ ਦੀ ਗੜਵੀ 'ਚ ਪਾਣੀ ਲੈ ਕੇ ਆਈ ਵੇਖ ਮੰਗਣ ਵਾਲੀ ਮੂੰਹ ਅੱਗੇ ਚੱਪਾ ਧਰ ਥੋੜਾ ਕੁ ਅੱਗੇ ਨੂੰ ਝੁਕ ਗਈ ਸੀ। ਬੀਬੀ ਨੇ ਉਹਦੀ ਤਲੀ ਤੋਂ ਗਿੱਠ ਭਰ ਗੜਵੀ ਉੱਚੀ ਰੱਖਦਿਆਂ ਪਤਲੀ ਜਿਹੀ ਧਾਰ ਉਹਦੇ ਚੱਪੇ ਤੇ ਪਾਉਣੀ ਸ਼ੁਰੂ ਕੀਤੀ ਸੀ। ਗੜਵੀ ਅੱਧੀਓਂ ਬਹੁਤੀ ਖਾਲੀ ਹੋ ਗਈ ਸੀ ਜਦੋਂ ਉਹਨੇ ਪਾਣੀ ਹੋਰ ਨਾ ਪਾਉਣ ਲਈ ਸਿਰ ਹਿਲਾਇਆ ਸੀ। ਬੀਬੀ ਨੇ ਬਚਦਾ ਪਾਣੀ ਪਰਾਂ ਹਟਵਾਂ ਵਗਾ ਮਾਰਿਆ ਤੇ ਆਪ ਅੰਦਰ ਨੂੰ ਹੋ ਤੁਰੀ ਸੀ। ਮੰਗਣ ਵਾਲੀ ਨੇ ਉੱਪਰ ਲਏ ਲੀੜੇ ਨਾਲ ਮੂੰਹ ਪੂੰਝਿਆ ਤੇ ਕੰਧ ਨਾਲ ਢੋਹ ਲਾ ਕੇ ਨਿੱਠ ਕੇ ਬਹਿੰਦਿਆਂ ਹੌਲੀ ਜੀ ਬੋਲੀ, "ਪ੍ਰਭਾਣੀ, ਆ ਬੁੱਟਰਾਂ ਵਾਲੀ ਤਾਰੋ ਤੇਰੇ ਕੋਲ ਕਿੱਦਾਂ ਪਹੁੰਚ ਗਈ?" ਮੈਂ ਵੇਖਿਆ ਬੇਬੇ ਦਾ ਹੱਥ ਥਾਵੇਂ ਰੁਕ ਗਿਆ ਸੀ ਤੇ ਹੌਲੀ ਜੀ ਬੋਲੀ ਸੀ, "ਕੁੜੇ ਤਾਬੋ, ਤੂੰ ਸਿਆਣਦੀ ਐ ਇਹਨੂੰ। ਪ੍ਰਭਾਣੀ, ਤੇਰਾ ਬੱਚਾ ਜੀ ਏ, ਸਾਰੀ ਉਮਰ ਪਿੰਡੋਂ ਪਿੰਡ ਮੰਗਦਿਆਂ ਕੱਢੀ ਐ, ਕੱਲੇ ਕੱਲੇ ਜੀ ਨੂੰ ਪਛਾਣਦੀ ਆ।" ਬੇਬੇ ਅੱਗਿਓਂ ਕੁਛ ਨਹੀਂ ਸੀ ਬੋਲੀ, ਗੁੰਮ ਸੁੰਮ ਵੇਂਦੀ ਰਹੀ ਸੀ ਤਾਬੋ ਦੇ ਮੂੰਹ ਵੱਲ ਤੇ ਥੋੜਾ ਸਹਿਜ ਹੁੰਦਿਆਂ ਤਾਬੋ ਫੇਰ ਬੋਲੀ, "ਉਂਝ ਚੰਗਾ ਕੀਤਾ ਪ੍ਰਭਾਣੀ, ਨਰਕ ਚੋਂ ਕੱਢ ਜੇ ਮਾਂ ਪੁੱਤ, ਪੁੰਨ ਹੋਊ ਤੁਹਾਡਾ।" ਲੱਗਦਾ ਸੀ ਜਿਵੇਂ ਚੁੱਪਚਾਪ ਬੈਠੀ ਬੇਬੇ 'ਚ ਮੰਗਣ ਵਾਲੀ ਕੋਲੋਂ ਕੁਝ ਹੋਰ ਜਾਣਨ ਦੀ ਜਿਗਿਆਸਾ ਉੱਠ ਖੜੋਤੀ ਸੀ। ਤਾਈਓ ਉਹਨੇ ਮੰਗਣ ਵਾਲੀ ਨੂੰ ਸਿਰ ਦੇ ਇਸ਼ਾਰੇ ਨਾਲ ਥੋੜਾ ਨੇੜੇ ਸਰਕਣ ਲਈ ਕਿਹਾ ਸੀ। ਉਹਨੇ ਬੇਬੇ ਦਾ ਇਸ਼ਾਰਾ ਸਮਝਦੇ ਆਪਣੀ ਟਿੰਡ ਫੋੜੀ ਨੂੰ ਨਾਲ ਘਸੀਟਦੀ ਤੇ ਹੇਠ ਲਈ ਫੱਟੀ ਸਣੇ ਖਿਸਕਦੀ ਮੰਜੇ ਦੇ ਸੇਰੂ ਲਾਗੇ ਆਣ ਅੱਪੜੀ ਸੀ। ਵੱਡੀ ਬੇਬੇ ਨੇ ਹਲਕਾ ਜਿਹਾ ਖੰਗੂਰਾ ਮਾਰ ਆਪਣਾ ਗਲਾ ਸਾਫ਼ ਕਰਦਿਆਂ ਹੌਲੀ ਜੀ ਪੁੱਛਿਆ ਸੀ, "ਕਦੋਂ ਕੁਦੀ ਸੀ ਬੱਕਰੀਆਂ ਵਾਲੇ ਦੇ ਘਰ?" "ਹਾਂ, ਮੁੰਡਾ ਕੁੱਛੜ ਸੀ ਇਹਦੇ, ਦੁੱਧ ਚੁੰਗਦਾ, ਜਦੋਂ ਉਹਨੇ ਲਿਆਂਦੀ ਸੀ," ਮੰਗਣ ਵਾਲੀ ਨੇ ਦੱਸਿਆ। "ਲਿਆਇਆ ਕਿੱਥੋਂ ਸੀ?" ਬੇਬੇ ਹੋਰ ਜਾਣਨਾ ਚਾਹੁੰਦੀ ਸੀ। "ਦਰਿਆਓਂ ਪਾਰ ਕੋਈ ਜਨਾਨੀ ਕਿਸੇ ਪੀਰ ਦੀ ਚੌਂਕੀ ਭਰਦੀ ਹੈ, ਬੜੀ ਮਾਨਤਾ ਹੈ ਉਹਦੀ। ਮੈਂ ਆਪ ਜਾ ਕੇ ਆਈ ਹਾਂ। ਪ੍ਰਭਾਣੀ, ਮੁਲਕ ਢੁੱਕਦਾ ਉੱਥੇ, ਬੁੱਟਰਾਂ ਵਾਲੇ ਦਾ ਵੀ ਉੱਥੇ ਆਉਣਾ ਜਾਣਾ ਸੀ ਤੇ ਉਸੇ ਜਗ੍ਹਾ ਇਹ ਵੀ ਬੌਕਰ ਬਾਰੀ ਦੇ ਕੇ ਰੋਟੀ ਟੁੱਕ ਖਾ ਛੱਡਦੀ ਸੀ। ਤੇ ਇਹਦਾ ਕੋਈ ਹੋਰ ਅੱਗਾ ਪਿੱਛਾ?" ਬੇਬੇ ਪੁੱਛਦੀ ਹੈ। ਮੰਗਣ ਵਾਲੀ ਹੋਰ ਕੁਝ ਦੱਸਣ ਹੀ ਲੱਗੀ ਸੀ ਜਦੋਂ ਬੀਬੀ ਨੇ 2 ਰੋਟੀਆਂ ਉੱਤੇ ਅਚਾਰ ਰੱਖ ਕੇ ਉਹਦੇ ਹੱਥ ਦੀ ਤਲੀ ਤੇ ਆ ਧਰੀਆਂ ਸੀ ਤੇ ਉਹਨੇ ਬੀਬੀ ਵੱਲ ਨਿਗਾਹ ਭਰ ਕੇ ਵੇਖਦਿਆਂ ਹੌਲੀ ਜੀ ਕਿਹਾ, "ਤੇਰਾ ਬੱਚਾ ਜੀਵੇ, ਪਾਣੀ ਵੀ 2 ਘੁੱਟ ਪਿਲਾ ਜਾ ਬੀਬੀ ਭੈਣ, ਤਪਸ਼ ਨਾਲ ਤਾਂ ਹਲਕ ਸੁੱਕੀ ਜਾਂਦਾ ਮੁੜ ਤੇ ਇੱਥੇ ਡਿਉੜੀ ਛਾਵੇਂ ਬੈਠਿਆਂ ਵਿੱਚ ਵੀ ਫੇਰ ਵੀ ਥੋੜਾ ਚੈਨ ਹੈ। ਬਾਹਰ ਪਿੰਡੇ ਲੂੰ ਦੀ ਲੂ ਵਗਦੀ ਹੈ, ਨਿਰੀ ਅੱਗ, ਹਾੜ ਅੱਧਾ ਲੰਘ ਗਿਆ, ਉੱਪਰੋਂ ਕਿਤੇ ਛਿੱਟ ਨਹੀਂ ਕਿਰੀ ਐਤਕੀ।" ਬੀਬੀ ਕਰਕੇ ਜਾਂ ਕੁਝ ਹੋਰ ਮੰਗਣ ਵਾਲੀ ਨੇ ਆਪਣੀ ਗੱਲਬਾਤ ਦਾ ਝੱਟ ਰੁੱਖ ਬਦਲ ਲਿਆ ਸੀ। ਬੀਬੀ ਪਾਣੀ ਪਿਲਾ ਕੇ ਮੁੜ ਅੰਦਰ ਜਾ ਵੜੀ ਸੀ। ਪਤਾ ਨਹੀਂ ਡਿਉੜੀ 'ਚ ਹੁੰਦੀ ਗੱਲਬਾਤ ਦਾ ਉਹਨੂੰ ਇਲਮ ਹੈ ਵੀ ਸੀ ਜਾਂ ਨਹੀਂ। ਉਹਦੇ ਚਿਹਰੇ ਤੋਂ ਕੁਝ ਵੀ ਸਮਝਿਆ ਨਹੀਂ ਸੀ ਜਾ ਸਕਦਾ। ਮੰਗਣ ਵਾਲੀ ਨੇ ਵੀ ਹੱਥ ਉਤਲੀਆਂ ਰੋਟੀਆਂ ਦੀ ਆਖਰੀ ਬੁਰਕੀ ਤੇ ਅਚਾਰ ਦੀ ਰਹਿੰਦੀ ਫਾੜੀ ਨੂੰ ਚੰਗੀ ਤਰ੍ਹਾਂ ਘਸਾ ਲਿਆ ਸੀ ਤੇ ਬੁਰਕੀ ਮੂੰਹ ਅੰਦਰ ਸੁੱਟ ਕੇ ਬਚਦਾ ਪਾਣੀ ਵੀ ਪੀ ਲਿਆ ਸੀ। ਫੱਟੀ ਤੇ ਬੈਠਿਆਂ ਉਹਨੇ ਆਪਣੀਆਂ ਲੱਤਾਂ ਨਿੱਸਲ ਕਰ ਲਈਆਂ ਸਨ। ਬੇਬੇ ਉਵੇਂ ਦੀ ਉਵੇਂ ਬੈਠੀ ਅਗਲੀ ਲੜੀ ਸੁਣਨ ਲਈ ਕਾਹਲੀ ਲੱਗਦੀ ਸੀ। ਉਹਦੀ ਨਿਗਾਹ ਮੰਗਣ ਵਾਲੀ ਦੇ ਚਿਹਰੇ ਤੇ ਟਿਕੀ ਹੋਈ ਸੀ।
ਮੰਗਣ ਵਾਲੀ ਨੇ ਲੜੀ ਦੇ ਟੁੱਟੇ ਤੰਦ ਨੂੰ ਮੁੜ ਗੰਢਦੇ ਆਸਾ ਪਾਸਾ ਚੰਗੀ ਤਰ੍ਹਾਂ ਵੇਖ ਗੱਲ ਸ਼ੁਰੂ ਕੀਤੀ ਸੀ। ਪ੍ਰਵਾਣੀ ਦਰਿਆ ਦੇ ਪੱਤਨ ਤੋਂ 5-6 ਕੋ ਚੜ੍ਹਦੇ ਪਾਸੇ ਪਿੰਡ ਹੈ ਕੋਈ, ਅਵੱਲੇ ਜੇ ਨਾਂ ਵਾਲਾ। 22 ਪੱਤੀਆਂ ਦੱਸਦੇ ਨੇ ਪਿੰਡ ਦੀਆਂ। ਮੇਰੇ ਤੋਂ ਵੱਡੀ ਮੇਰੀ ਭੈਣ ਵਿਆਹੀ ਆ ਉੱਥੇ, ਤੇ 8-10 ਘਰ ਨੇ ਸਾਡੇ ਮਰਾਸੀਆਂ ਦੇ ਉੱਥੇ। ਅੱਧਿਓਂ ਬਹੁਤਾ ਪਿੰਡ ਮੁਸਲਮਾਨ ਅਰਾਈਆਂ ਦਾ ਹੀ ਸੀ। ਤੇ ਮੰਗਣ ਵਾਲੀ ਨੇ ਇੱਕ ਹੱਥ ਮੱਥੇ ਤੇ ਰੱਖਿਆ ਹੋਇਆ ਸੀ, ਦੂਜੇ ਖੁਰਦਰੇ ਜੇ ਹੱਥ ਨੂੰ ਹਵਾ 'ਚ ਲਹਿਰਾ ਕੇ ਛੋਈ ਲੜੀ ਟੁੱਟਣ ਨਹੀਂ ਸੀ ਦੇ ਰਹੀ। ਰੱਬ ਜਾਣੇ ਕਿਹੜਾ ਰਾਜ਼ ਛੁਪਿਆ ਉਹਦੇ ਅੰਦਰ, ਜਿਹਨੂੰ ਵੱਡੀ ਬੇਬੇ ਸੁਣਨਾ ਚਾਹੁੰਦੀ ਸੀ। ਮੰਗਣ ਵਾਲੀ ਕਹਿੰਦੀ, ਬੇਬੇ ਤੇਰੇ ਨੈਣ ਪ੍ਰਾਣ ਰਾਜੀ ਰਹਿਣ, ਮੇਰੀ ਕਹੀ ਗੱਲ ਕਿਤੇ 20 ਵਰੀ ਵੀ ਝੂਠ ਨਿਕਲੇ ਤਾਂ ਨੀਵੇਂ ਥਾਂ ਬਿਠਾ ਲਈ। ਤੇ ਨਾਲ ਹੀ ਉਹਨੇ ਆਪਣੀ ਆਵਾਜ਼ ਇੰਜ ਧੀਮੀ ਜੀ ਕਰ ਲਈ ਸੀ ਜਿਵੇਂ ਕੋਈ ਡੂੰਘੇ ਭੇਤ ਵਾਲੀ ਗੱਲ ਦੱਸਣ ਲੱਗੀ ਹੋਵੇ। ਬੇਬੇ ਨੇ ਵੀ ਧੌਣ ਥੋੜੀ ਨੀਵੀਂ ਕਰਕੇ ਕੰਨ ਉਹਦੇ ਲਾਗੇ ਕਰ ਲਿਆ ਸੀ। ਨੂੰ ਤੇਰੀ ਉਸੇ ਪਿੰਡ ਦੇ ਫੱਜੇ ਅਰਾਈ ਦੀ ਕੁੜੀ ਆ, 5ਵੇਂ ਥਾਂ ਵਾਲੀ ਮੁਖਤਾਰਾਂ। ਕਹਿੰਦਿਆਂ ਮੰਗਣ ਵਾਲੀ ਚੁੱਪ ਹੋ ਗਈ ਸੀ ਤੇ ਧੌਣ ਉਹਨੇ ਹੇਠਾਂ ਸੁੱਟ ਲਈ ਸੀ। ਲੱਗਦਾ ਸੀ ਜਿਵੇਂ ਬੇਬੇ ਦੀ ਨਿਗਾਹ ਨਾਲ ਨਿਗਾਹ ਮਿਲਾਉਣ ਦੀ ਉਹਦੇ 'ਚ ਹਿੰਮਤ ਨਾ ਹੋਵੇ, ਜਾਂ ਉਹ ਬੇਬੇ ਤੇ ਪਏ ਪ੍ਰਭਾਵ ਨੂੰ ਜਾਚਣਾ ਚਾਹੁੰਦੀ ਸੀ। ਦੋਵੇਂ ਪਾਸੇ ਸੰਘਣੀ ਚੁੱਪ ਤਣ ਗਈ ਸੀ। ਮੱਠੀ ਵਗਦੀ ਪੱਛੋਂ ਦੀ ਹਵਾ ਵੀ ਕਦੋਂ ਦੀ ਰੁਕ ਗਈ ਸੀ, ਕਿਤੇ ਪੱਤਾ ਨਹੀਂ ਸੀ ਹਿਲਦਾ ਵਿਖਾਈ ਦਿੰਦਾ। ਥੋੜਾ ਚਿਰ ਪਹਿਲਾਂ ਜਿਹੜੀਆਂ ਛਿੱਕੂ ਵਿਚਲੀਆਂ ਤੰਦ ਕਰਕੇ ਉੱਧੜਦੀਆਂ ਛੱਲੀਆਂ ਇੱਕ ਦੂਜੇ ਨਾਲ ਉਲਝਦੀਆਂ ਉਛਲ ਕੇ ਛਿੱਕੂ ਅੰਦਰੋਂ ਬਾਹਰ ਡਿੱਗਣ ਨੂੰ ਕਾਹਲੀਆਂ ਸੀ, ਹੁਣ ਬਿਲਕੁਲ ਸ਼ਾਂਤ ਪਈਆਂ ਸਨ, ਜਿਵੇਂ ਉਹਨਾਂ 'ਚ ਕੋਈ ਸਾਹ ਸਾਤੀ ਨਾ ਹੋਵੇ। ਪਤਾ ਨਹੀਂ ਗੱਲਾਂ 'ਚ ਬੇਬੇ ਕੋਲੋਂ ਆਪਣੇ ਹੱਥ ਤੇ ਟੇਰਨ ਦੁਆਲੇ ਸੂਤ ਜ਼ਿਆਦਾ ਕੱਸ ਕੇ ਵਲੇਟਿਆ ਗਿਆ ਸੀ, ਜਾਂ ਘੁੱਟ ਕੇ ਫੜਨ ਕਰਕੇ ਉਹਦੀਆਂ ਉਂਗਲਾਂ ਨੂੰ ਭਲ ਪੈ ਗਈ ਸੀ, ਜਿਸ ਕਰਕੇ ਉਹਦਾ ਹੱਥ ਸੂਤ ਅੰਦਰ ਫਸਿਆ ਜਿਹਾ ਲੱਗਣ ਲੱਗਿਆ। ਉਹਨਾਂ ਵੱਡੇ ਰੌਲਿਆਂ 'ਚ ਇਹਦੇ ਅਗਲੇ ਪਿਛਲੇ ਮਰ ਖੱਪ ਗਏ ਹੋਣੇ ਆ। ਵੱਡੀ ਬੇਬੇ ਨੇ ਚੁੱਪ ਤੋੜੀ ਸੀ। ਪ੍ਰਭਾਣੀ ਬੜੇ ਅਲੋਕਾਰੀ ਕੰਮ ਹੋਏ ਉਹਨਾਂ ਦਿਨਾਂ 'ਚ। ਬਾਕੀ ਧਰਤੀ ਤੇ ਤਾਂ ਲਕੀਰ ਵੱਜ ਗਈ, ਜਾਨਾਂ ਬਚਾਉਂਦੇ ਲੋਕ ਨੱਠ ਭੱਜ ਗਏ। ਕਈ ਹੋਰਨਾਂ ਪਿੰਡਾਂ ਸਣੇ ਉਸ ਪਿੰਡ ਦਾ ਵੀ ਪਤਾ ਨਾ ਲੱਗੇ ਵੀ ਕਿੱਧਰ ਇੱਧਰ ਹੈ ਜਾਂ ਉੱਧਰ ਹੈ। ਕਦੀ ਸਵੇਰੇ ਰੌਲਾ ਪੈ ਜੇ ਪਿੰਡ ਉੱਧਰ ਚਲਾ ਗਿਆ, ਮੁਸਲਮਾਨਾਂ ਦੇ ਘਰੀ ਜਸ਼ਨ ਤੇ ਹਿੰਦੂ ਸਿੱਖ ਸਮਾਨ ਬੰਨਣ ਲੱਗ ਜਾਣ। ਦੁਪਹਿਰੇ ਰੌਲਾ ਪੈ ਜੇ ਪਿੰਡ ਇੱਧਰ ਰਹਿ ਗਏ, ਹਿੰਦੂ ਸਿੱਖਾਂ ਦੇ ਮੁਰਝਾਏ ਚਿਹਰੇ ਖੁੜ ਉੱਠਦੇ ਤੇ ਦੂਜਿਆਂ ਦੇ ਚਿਹਰਿਆਂ ਤੇ ਮੁਰਦਿਆਣੀ ਛਾ ਜਾਂਦੀ। ਇਸੇ ਉਲਝਣ 'ਚ ਲੋਕਾਂ ਲਈ ਦਿਨ ਦਾ ਚੈਨ, ਰਾਤ ਦੀ ਨੀਂਦ ਕਿਧਰੇ ਖੰਭ ਲਾ ਕੇ ਉੱਡ ਪੁੱਡ ਗਈ। ਦੱਸਦੇ ਨੇ ਕਿ ਦਿਨ ਅੰਦਰ ਬਾਹਰ ਜਿਹਾ ਸੀ ਜਦੋਂ ਪੱਕੀ ਸੂਹ ਲੈ ਕੇ ਆਇਆ ਕੋਈ ਕਿ ਇਹ ਪਿੰਡ ਬਾਕੀ ਦੇ ਕਈ ਪਿੰਡਾਂ ਸਣੇ ਇੱਧਰ ਹੀ ਰਹਿ ਗਿਆ ਸੀ। ਲੋਕਾਂ ਦੇ ਸਾਹ ਸੁੱਤੇ ਗਏ। ਪ੍ਰਭਾਣੀ ਥੋੜਾ ਹਨੇਰਾ ਉਤਰਿਆ, ਪਿੰਡੋਂ ਲਹਿੰਦੇ ਵੱਲ ਚੀਕ ਚਿਹਾੜਾ ਮਚ ਗਿਆ। ਮਾਰ ਦਿਓ, ਫੜ ਲਓ ਦਾ ਰੌਲਾ ਪੈ ਗਿਆ ਤੇ ਨਾਲ ਪੱਕੀ ਬੰਦੂਕ ਦੇ ਫਾਇਰ ਵੀ ਹੋਏ। ਲੋਕ ਕਹਿਣ ਜੱਥਾ ਆਣ ਪਿਆ ਪਿੰਡ 'ਚ। ਅਫਰਾ ਤਫਰੀ ਮਚ ਗਈ ਚਾਰੇ ਪਾਸੇ। ਚੁੱਲ੍ਹਿਆਂ ਤੇ ਸਬਜ਼ੀਆਂ ਰਿੱਝੀਆਂ ਰਹਿ ਗਈਆਂ, ਚੰਗੇਰਾਂ 'ਚ ਰੋਟੀਆਂ ਕੁੱਤਿਆਂ ਬਿੱਲਿਆਂ ਦੇ ਖਾਣ ਗੋਚਰੀਆਂ। ਲੋਕ ਖੁੱਲੇ ਬੂਹੇ ਛੱਡ ਜੀਆ ਜੰਤ ਨੂੰ ਆਵਾਜ਼ਾਂ ਮਾਰਦੇ ਭੱਜ ਉੱਠੇ ਜਿੱਧਰ ਕਿਸੇ ਦਾ ਮੂੰਹ ਹੋਇਆ। ਇਹਦੀ ਮਾਂ ਕਿਤੇ ਥੋੜੇ ਦਿਨ ਪਹਿਲਾਂ ਕੋਠੇ ਨੂੰ ਮਿੱਟੀ ਲਾਉਂਦੀ ਪੌੜੀ ਤੋਂ ਤਿਲਕ ਕੇ ਹੇਠਾਂ ਆਣ ਪਈ ਸੀ। ਸਰੀਰ ਭਾਰਾ ਸੀ, ਸੰਭਲਿਆ ਨਾ ਗਿਆ। ਡਿੱਗਦੀ ਦਾ ਚੂੜਾ ਟੁੱਟ ਗਿਆ, ਨਾਲੇ ਗੋਡੇ ਲਾਗਿਓਂ ਹੱਡੀ ਵੀ। ਉਹ ਮੰਜੇ ਤੇ ਪਈ ਸੀ। ਮਾਂ ਵੱਡੀਏ, ਤੇਰੀਆਂ ਵੀ ਤਾਂ ਅੱਖਾਂ ਸਾਹਮਣੇ ਹੋਇਆ ਸਭ ਕੁਝ। ਮਾਵਾਂ ਪੁੱਤ ਨਹੀਂ ਸੰਭਾਲੇ ਉਹਨਾਂ ਦਿਨਾਂ 'ਚ। ਉਹਨੂੰ ਮੰਜੇ ਤੇ ਪਈ ਨੂੰ ਕੌਣ ਪੁੱਛਦਾ। ਟੱਬਰ ਸਾਰਾ ਰਾਤ ਦੇ ਹਨੇਰੇ 'ਚ ਨੱਠ ਭੱਜ ਗਿਆ ਸੀ। ਮਾਂ ਇਹਦੀ ਇਕੱਲੀ ਪਈ ਰਹੀ ਅੰਦਰਲੀ ਕੋਠੜੀ 'ਚ। ਜਦੋਂ ਕਿਤੇ ਪਿੰਡੋਂ ਬਾਰ-ਬਾਰ ਸੂਏ ਦੇ ਪਾਰਲੇ ਕੰਢੇ ਤੇ ਟੱਬਰ ਦੇ ਜੀ ਇਕੱਠੇ ਹੋ ਕੇ ਤੁਰਨ ਲੱਗੇ ਤਾਂ ਇਹਨੇ ਵੇਖਿਆ ਵਿੱਚ ਮਾਂ ਨਹੀਂ ਹੈ। ਰਾਤ ਦੇ ਹਨੇਰੇ 'ਚ ਪਛਾਣ ਨੂੰ ਭੱਜ ਆਈ। ਘਰ ਆਈ ਨੂੰ ਮਾਂ ਨੇ ਝਿੜਕਿਆ, ਕੁੜੇ ਜਾ ਵਗ ਜਾ, ਪਿਓ ਦੇ ਪਿੱਛੇ ਭੱਜ ਕੇ ਜਾ ਨਾਲ ਆਪਣੇ ਭੈਣ ਭਰਾਵਾਂ ਨਾਲ। ਰਹਿਣ ਦੇ ਮੈਨੂੰ, ਮੇਰੀ ਬੁੱਢੀ ਤੇ ਬਿਮਾਰ ਜਾਨ ਕੋਲੋਂ ਕੀ ਲੈਣਾ ਕਿਸੇ ਨੇ। ਥੋੜਾ ਠੰਡ ਠੰਡੋਲਾ ਹੋਊ, ਮੋੜ ਆਇਓ। ਘਰ ਕਿਤੇ ਨਹੀਂ ਭੱਜ ਚੱਲਿਆ, ਨਾਲੇ ਮੈਂ ਵੀ। ਜਾ ਨੜ ਜਾ ਮੇਰੀ ਬੀਬੀ ਤੀ, ਮੇਰਾ ਕਿਹਾ ਮਨ। ਮੂੰਹੋਂ ਬੋਲਣ ਦੇ ਤੇ ਇਹਨੇ ਵਿਧ ਮਾਤਾ ਤੋਂ ਕਿਤੇ ਕਰਮ ਹੀ ਨਹੀਂ ਲਿਖਾਏ, ਪਰ ਢਿੱਡੋਂ ਮਾਂ ਨਾਲ ਇੰਨਾ ਮੋਹ ਕਿ ਉਹਦੀ ਮੰਜੀ ਦੇ ਸਰਾਣੇ ਪਾਵੇ ਫੜ ਭੋਏ ਤੇ ਬਹਿ ਗਈ ਸੀ। ਮਾਂ ਨੇ ਬੈਠੀ ਦੇ ਸਿਰ 'ਚ 2-4 ਪਟੋਕੀਆਂ ਵੀ ਮਾਰੀਆਂ, ਝਿੜਕਿਆ, ਚੰਬਿਆ, ਪਰ ਇਸ ਮਾਂ ਦੀ ਧੀ ਨੇ ਸਰੀਰ ਹੱਥੋਂ ਨਕਾਰਾ ਹੋਈ ਮਾਂ ਦੀ ਮੰਜੀ ਦੇ ਪਾਵਿਆਂ ਨੂੰ ਨਹੀਂ ਸੀ ਛੱਡਿਆ। ਉੱਥੇ ਹੀ ਪੈਰਾਂ ਭਾਰ ਬੈਠੀ ਬੁਸਕਦੀ ਰਹੀ ਸੀ। ਵੱਡੀ ਬੇਬੇ ਮੰਗਣ ਵਾਲੀ ਦੀ ਗੱਲ ਦਾ ਕੋਈ ਬਹੁਤਾ ਹੁੰਗਾਰਾ ਨਹੀਂ ਸੀ ਭਰ ਰਹੀ।
बस अखां झमकदी सी कदी कदाई, होर कोई हिलजुल नहीं सी ਉਹਦੇ 'ਚ। शायद ਉਹ ਮੰਗਣ ਵਾਲੀ ਦਾ ਧਿਆਨ ਅਟਕਾਉਣਾ नहीं सी ਚਾਹੁੰਦੀ। ਮੰਗਣ ਵਾਲੀ ਵੀ ਵੱਡੀ ਬੇਬੇ ਦੇ ਕੰਨ ਰਸਤੇ ਲੱਗੀ ਬਿਰਤੀ ਦਾ ਧਿਆਨ ਰੱਖਦਿਆਂ ਕਿਸੇ ਅਮਰ ਕਥਾ ਵਾਂਗ ਸਾਰੀ ਗੱਲ ਬੇਰੋਕ ਦੱਸ ਰਹੀ ਸੀ। ਸਰਦਾਰਨੀਏ ਗੱਲ ਦੱਸਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ। ਲੁੱਟ ਮਾਰ ਤੇ ਵੱਢ ਟੁੱਕ ਕਰਨ ਵਾਲੇ ਗਲੀਆਂ 'ਚ ਆਦੰਬੋ ਕਰਦੇ ਇਹਨਾਂ ਦੇ ਘਰ ਵੀ ਆ ਵੜੇ। ਅੱਖਾਂ ਸਾਹਮਣੇ ਘਰ ਲੁੱਟੀਂਦਾ ਵੇਖ ਮਾਂ ਇਹਦੀ ਪਈ ਅੱਗਿਓਂ ਗਾਲ ਮੰਦਾ ਕਰਨ ਲੱਗੀ। ਕਿਸੇ ਨੇ ਗਾਂਹ ਹੋ ਕੇ ਗੰਡਾਸੇ ਦੇ ਇੱਕੋ ਟੱਪ ਨਾਲ ਹਮੇਸ਼ਾ ਲਈ ਚੁੱਪ ਕਰਾਤੀ। ਸਾਰੀ ਰਾਤ ਤਾਂਡਵ ਨਾਚ ਹੁੰਦਾ ਰਿਹਾ ਇਹਨਾਂ ਦੇ ਵਿਹੜੇ 'ਚ। ਇਹਦੀਆਂ ਚੀਕਾਂ ਪਿੰਡੋਂ ਦੂਜੇ ਪਾਸੇ ਸੁਣਾਈ ਦਿੰਦੀਆਂ ਰਹੀਆਂ। ਉਸ ਰਾਤ ਪਿੰਡ ਦੇ ਲੋਕ ਰੱਬ ਜਾਣੇ ਜਾਗਦੇ ਹੀ ਸੌਂ ਗਏ ਸੀ ਜਾਂ ਫਿਰ ਉਹਨਾਂ ਕੰਨਾਂ 'ਚ ਸਿੱਕਾ ਢਾਲ ਕੇ ਭਰ ਲਿਆ ਸੀ। ਲੋ ਲੱਗਦੀ ਨੂੰ ਗੁਆਂਢ 'ਚ ਰਹਿੰਦੀ ਚਰਨੋਂ ਨੈਣ ਨੇ ਆਪਣੇ ਬਨੇਰੇ ਤੋਂ ਦੀ ਇਹਨਾਂ ਦੇ ਵਿਹੜੇ 'ਚ ਝਾਤੀ ਮਾਰ ਕੇ ਵੇਖਿਆ ਸੀ। ਇਹਨੂੰ ਵਿਹੜੇ ਦੇ ਵਿੱਚ ਕਾਏ ਅਲਾਣੀ ਮੰਜੀ ਦੀਆਂ ਹੀਆਂ ਨਾਲ ਕੱਲੇ ਹੱਥ ਤੇ ਪੈਰ ਨੂੰ ਜਕੜ ਕੇ ਬੰਨਿਆ ਹੋਇਆ ਸੀ। ਸਰੀਰ ਦਾ ਨੰਗੇਜ਼ ਕੱਜਣ ਲਈ ਕਿਤੇ ਚੱਪਾ ਭਰ ਵੀ ਕੱਪੜਾ ਨਹੀਂ ਸੀ ਰਹਿਣ ਦਿੱਤਾ ਚੰਡਾਲਾਂ ਨੇ। ਲੱਕ ਤੋਂ ਥੋੜਾ ਹੇਠਾਂ ਕਰਕੇ ਮੰਜੀ ਦੇ ਵਾਣ ਦੀਆਂ ਲਮਕਦੀਆਂ ਰੱਸੀਆਂ ਰਾਹੀਂ ਸਰੀਰ ਅੰਦਰਲੇ ਲਹੂ ਦੇ ਤੁਪਕੇ ਔੜ ਮਾਰੀ ਜ਼ਮੀਨ ਤੇ ਡਿੱਗ ਕੇ ਤਵੇ ਜਿੰਨੀ ਥਾਂ ਸਿੱਲੀ ਹੋ ਗਈ ਸੀ। ਉਸ ਕਰੂਪ ਹੋਈ ਥਾਂ ਤੇ ਮੱਖੀਆਂ ਭਿੰਨ ਕਰ ਰਹੀਆਂ ਸੀ ਜਿਵੇਂ ਡੂਮਣਾ ਲੱਗਿਆ ਹੁੰਦਾ ਹੈ। ਲੰਮੀ ਕਥਾ ਸੁਣ ਕੇ ਵੱਡੀ ਬੇਬੇ ਹੱਕੀ ਬੱਕੀ ਰਹਿ ਗਈ ਸੀ। ਉਹਦਾ ਮੱਥਾ ਤਰੇਲੀ ਹੋ ਗਿਆ ਸੀ। ਉਹ ਮੁੜ ਆਪਣੇ ਗਲ ਪਾਈ ਕਮੀਜ਼ ਦੇ ਘੇਰੇ ਨਾਲ ਆਪਣਾ ਮੱਥਾ ਪੂੰਝਦੀ ਸੀ। ਮੰਗਣ ਵਾਲੀ ਤਾਬੋ ਕੋਲ ਗੱਲ ਕਰਨ ਦਾ ਤਰੀਕਾ ਵੀ ਹੈ ਤੇ ਸਲੀਕਾ ਵੀ। ਉਹ ਬੈਠੀ ਵੱਡੀ ਬੇਬੇ ਦੇ ਗੋਡੇ ਘੁੱਟਣ ਲੱਗਦੀ ਤੇ ਗੱਲ ਤੇ ਅਸੀਸਾਂ ਵੀ ਦਿੰਦੀ ਹੈ। ਬੇਸ਼ੱਕ ਵੱਡੀ ਬੇਬੇ ਦਾ ਮਨ ਉਹਦੀਆਂ ਗੱਲਾਂ ਤੋਂ ਭਰ ਗਿਆ ਲੱਗਦਾ ਸੀ। ਉਹਨੇ ਟੇਰਨ ਅੰਦਰੋਂ ਆਪਣੇ ਹੱਥ ਬਾਹਰ ਕੱਢ ਲਿਆ ਸੀ ਤੇ ਸੂਤ ਨੂੰ ਕੋਲ ਪਏ ਛਿੱਕੂ 'ਚ ਰੱਖ ਕੇ ਆਪਣੇ ਤੋਂ ਥੋੜਾ ਪਰੇ ਸਰਕਾਤਾ ਸੀ। ਪਰ ਤਾਬੋ ਦੀ ਹਾਲੇ ਵੀ ਤਸੱਲੀ ਨਹੀਂ ਸੀ ਹੋਈ ਲੱਗਦੀ। ਉਹਨੇ ਆਪਣੇ ਅੰਦਰ ਛੁਪਾ ਕੇ ਰੱਖਿਆ ਅੰਤਲਾ ਫਾਇਰ ਹਾਲੇ ਦਾਗਣਾ ਸੀ। ਇਸ ਕਰਕੇ ਵੱਡੀ ਬੇਬੇ ਦਾ ਧਿਆਨ ਹੋਰ ਪਾਸੇ ਨਹੀਂ ਸੀ ਪੈਣ ਦੇ ਰਹੀ। ਵੱਡੀ ਬੇਬੇ ਵੀ ਆਪਣੇ ਆਪ ਨੂੰ ਥੋੜਾ ਸਥਿਰ ਕਰਕੇ ਸਵਾਲੀਆ ਜੀ ਨਜ਼ਰ ਤਾਬੂ ਵੱਲ ਵੇਖਦੀ ਹੈ। ਉਹਨੂੰ ਪਤਾ ਹੈ ਤਾਬੂ ਦੀ ਕਹਾਣੀ ਅਜੇ ਖਤਮ ਨਹੀਂ ਹੋਈ ਲੱਗਦੀ। ਮੰਗਣ ਵਾਲੀ ਬੜੀ ਹੁਸ਼ਿਆਰੀ ਨਾਲ ਬੇਬੇ ਦੀ ਕੰਨ ਲਾਗੇ ਮੂੰਹ ਕਰਕੇ ਹੌਲੀ ਜੀ ਆਪਣੀ ਅੰਤਲੀ ਗੱਲ ਕਹਿੰਦੀ ਹੈ। ਪ੍ਰਭਾਣੀ, ਉਸ ਰਾਤ ਹਰ ਉਮਰ ਦੇ ਵਹਿਸ਼ੀ ਨੇ ਤਾਰੋ ਦੇ ਹੱਥ ਪੈਰ ਬੰਨ ਕੇ ਤੇ ਮੂੰਹ 'ਚ ਕੱਪੜਾ ਤੁੰਨ ਕੇ ਦੀ ਪੱਤ ਰੋਲੀ ਸੀ। ਉਸੇ ਰਾਤ ਦੇ ਇਸ ਹੱਲੇ ਗੁੱਲੇ 'ਚ ਤੇਰੇ ਕੋਲ ਬੈਠਾ ਮੁੰਡਾ ਇਹਦੀ ਕੁੱਖੇ ਆਣ ਪਿਆ ਸੀ, ਜਿਸ ਨੂੰ ਇਹਨੇ ਅਲੜ ਉਮਰੇ ਡੇਰੇ 'ਚ ਰਹਿੰਦਿਆਂ ਜਨਮ ਦਿੱਤਾ ਸੀ। ਮੁੜ ਉਸ ਤੋਂ ਬਾਅਦ ਇਹ ਢਿੱਡੋਂ ਨਹੀਂ ਫੁੱਟੀ। ਇਹ ਸੁਣ ਕੇ ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਿਆ ਮੈਨੂੰ ਵੀ। ਉਸੇ ਝਟਕੇ ਦਾ ਮਾਰਿਆ ਮੈਂ ਅੱਜ ਤੱਕ ਆਪਣੇ ਆਪ ਦਾ ਸਾਹਮਣਾ ਨਹੀਂ ਕਰ ਪਾਉਂਦਾ। ਜਦੋਂ ਕਦੀ ਸ਼ੀਸ਼ੇ ਸਾਹਮਣੇ ਖਲੋਂਦਾ ਤਾਂ ਸ਼ਰਮ ਜਿਹੀ ਆਉਂਦੀ ਹੈ ਆਪਣੇ ਆਪ ਤੋਂ ਵੀ। ਉਸ ਤੋਂ ਬਾਅਦ ਮੈਂ ਜਦੋਂ ਵੀ ਬੀਬੀ ਨੂੰ ਵੇਖਦਾ ਇਉਂ ਲੱਗਦਾ ਹੈ ਜਿਵੇਂ ਹਜ਼ਾਰਾਂ ਕੀੜੇ ਕੁਰਬਲ ਕਰਦੇ ਉਹਦੇ ਸਰੀਰ ਤੇ ਰੀਂਗਦੇ ਹੋਣ। ਮੇਰੇ ਵਹਿੰਦਿਆਂ ਸਾਰ ਉਹ ਸਾਰੇ ਮੇਰੇ ਇਰਦ ਗਿਰਦ ਇਕੱਠੇ ਹੋ ਕੇ ਮੇਰੇ ਅੰਦਰ ਜਜ਼ਬ ਹੋ ਜਾਂਦੇ ਹੋਣ। ਇਹਨਾਂ ਉਲਝਣਾਂ 'ਚ ਉਲਝਿਆ ਮੈਂ ਪਤਾ ਨਹੀਂ ਕਦੋਂ ਦਾ ਪੈਰ ਘਸੀਟਦਾ ਬੀਬੀ ਦੇ ਸਰਾਣੇ ਆਣ ਖਲੋਤਾ ਸੀ। ਬੀਬੀ ਦਾ ਚਿੱਬਾ ਹੋ ਗਿਆ ਮੂੰਹ ਮੇਰੇ ਸਾਹਮਣੇ ਹੈ। ਨਾਲ ਹੀ ਉਸ ਦਿਨ ਬੀਬੀ ਦੇ ਧੜਮ ਕਰਕੇ ਮੁੱਧੜੇ ਮੂੰਹ ਡਿੱਗਣ ਤੇ ਉਹਦਾ ਪਾਸਾ ਮਾਰੇ ਜਾਣ ਦੀ ਨਿੱਕੀ ਗੱਲ ਮੇਰੇ ਅੱਗੇ ਆਉਂਦੀ ਗੁਜ਼ਰਦੀ ਹੈ। ਮੈਨੂੰ ਕਦੀ ਆਪਣੇ ਆਪ ਤੇ ਵੀ ਖਿਝ ਆਉਂਦੀ ਹੈ। ਐਵੇਂ ਕਾਲਾ ਪੈ ਗਿਆ ਸੀ ਮੈਂ ਵੀ। ਬੀਬੀ ਦਾ ਭਰਮ ਬਣਿਆ ਰਹਿੰਦਾ, ਜਿਹੜੀ ਸਾਰੀ ਉਮਰ ਇਹ ਸਮਝਦੀ ਰਹੀ ਸੀ ਕਿ ਮੈਨੂੰ ਆਪਣੀ ਹੋਂਦ ਬਾਰੇ ਪਤਾ ਨਹੀਂ ਹੈ ਤੇ ਨਾ ਹੀ ਉਹਨੇ ਆਪ ਕਦੇ ਇਸ ਬਾਰੇ ਭਿਣਕ ਬਾਹਰ ਕੱਢੀ ਸੀ। ਫਿਰ ਸੋਚਦਾ ਕਿ ਮੈਂ ਵੀ ਕਿੰਨਾ ਕੁ ਚਿਰ ਆਪਣੇ ਆਪ 'ਚ ਰਿੱਝਦਾ ਰਹਿੰਦਾ। ਆਪਣੇ ਦਿਲ ਤੇ ਦਿਮਾਗ ਤੇ ਪਏ ਬੋਝ ਨੂੰ ਹਲਕਾ ਕਰਨ ਲਈ ਉਸ ਦਿਨ 2 ਕੁਹਾੜੇ ਵੱਧ ਲਾ ਬੈਠਾ ਸੀ। ਬੀਬੀ ਮੁੜ ਰੋਕਦੀ ਵੀ ਸੀ, ਟੋਕਦੀ ਵੀ ਸੀ। ਉਸ ਦਿਨ ਮੇਰੇ ਅੰਦਰਲੇ ਖੌਰੂ ਪਾਉਂਦੇ ਖਿਆਲਾਂ ਦਾ ਯੁੱਧ ਸਿਖਰ ਤੇ ਸੀ। ਮੇਰੇ ਕੋਲ ਰਿਹਾ ਨਾ ਗਿਆ। ਮੈਂ ਆਖਰੀ ਪੈਗ ਦੀ ਖਾਲੀ ਗਲਾਸੀ ਲਾਗੇ ਪਏ ਲੱਕੜ ਦੇ ਖੁਰਦਰੇ ਜੇ ਮੇਜ਼ ਉੱਤੇ ਜਿੱਥੇ ਟਿਕੀ ਟਕਾਤੀ ਸੀ। ਮੇਰੇ ਮੂੰਹ ਅੰਦਰਲੀ ਕੌੜ ਅਜੇ ਪੂਰੀ ਤਰ੍ਹਾਂ ਖਤਮ ਵੀ ਨਹੀਂ ਸੀ ਹੋਈ। ਪਤਾ ਨਹੀਂ ਕਿੰਜ ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਤੋਂ ਕਹਿ ਹੋਇਆ ਸੀ ਕਿ ਮਾਂ ਮੇਰੀਏ
ਤੇਰੇ ਨਾਲ ਧੱਕਾ ਉਹਨਾਂ ਪਾਪੀਆਂ ਨੇ ਕੀਤਾ ਸੀ, ਸਜ਼ਾ ਮੈਂ ਭੋਗੀ ਹੈ ਉਮਰ ਭਰ। ਜਦੋਂ ਕਦੀ ਛੋਟੇ ਹੁੰਦਿਆਂ ਨਾਲ ਦੇ ਹਾਣੀਆਂ ਨਾਲ ਖੇਡਦਾ ਮਲਦਿਆਂ ਮੈਨੂੰ ਦਾਜ ਵਿੱਚ ਆਇਆ ਕਹਿੰਦੇ ਸੀ, ਜਾਂ ਫਿਰ ਬੈਠੀਆਂ ਜਨਾਨੀਆਂ ਤਾਰੋ ਪਿੱਛੋਂ ਲੈ ਕੇ ਆਈ ਹੈ ਇਹਨੂੰ ਵਰਗਾ ਮਿਹਣਾ ਮਾਰਦੀਆਂ ਸੀ, ਤਾਂ ਚੱਪਣੀ 'ਚ ਨੱਕ ਡੋਬ ਕੇ ਮਰ ਜਾਣ ਨੂੰ ਚਿੱਤ ਕਰਦਾ ਹੁੰਦਾ ਸੀ ਮੇਰਾ। ਮੈਂ ਇੱਕ ਟੱਕ ਬੀਬੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਰਿਹਾ ਸੀ। ਉਹ ਹੈਰਾਨ ਜੀ ਹੋਈ ਉਪਰੀ ਨਜ਼ਰੇ ਮੇਰੇ ਵੱਲ ਝਾਕ ਰਹੀ ਸੀ। ਮੈਂ ਟੁੱਟਵੇਂ ਬੋਲਾਂ 'ਚ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਸੀ, ਬੀਬੀਏ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ। ਉਹਨਾਂ ਵਹਿਸ਼ੀ ਦਰਿੰਦਿਆਂ ਦੇ ਪਾਪ ਨੂੰ ਕਿਤੇ ਜੰਮਦਿਆਂ ਸਾਰ ਉਸੇ ਦਰਿਆ ਦੇ ਡੂੰਘੇ ਖਤਾਨਾਂ 'ਚ ਜਿਉਂਦਿਆਂ ਦੱਬ ਦੇਣਾ ਸੀ ਜਿਹਦੇ ਕੰਢੇ ਤੂੰ ਮੈਨੂੰ ਜਨਮ ਦਿੱਤਾ ਸੀ। ਹੋਰ ਪਤਾ ਨਹੀਂ ਨਸ਼ੇ ਦੇ ਲੋਰ 'ਚ ਮੈਂ ਕੀ ਬੋਲ ਗਿਆ ਸੀ, ਜਿਹਨੂੰ ਸੁਣ ਕੇ ਬੀਬੀ ਗੁੰਮ-ਸੁੰਮ ਹੋ ਗਈ ਸੀ ਤੇ ਮੇਰੇ ਤੋਂ ਅੱਖਾਂ ਫੇਰ ਲਈਆਂ ਸਨ। ਉਸੇ ਸਮੇਂ ਉਹਦੇ ਦਿਮਾਗ ਦਾ ਤਣਾਅ ਸਿਖਰ ਤੇ ਸੀ ਤੇ ਮੇਰੇ ਵਹਿੰਦਿਆਂ ਉਹ ਧੜਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ। ਮੈਂ 2 ਕੁ ਪੈਰ ਅਗਾਂਹ ਹੋ ਕੇ ਬੀਬੀ ਦੇ ਡੂੰਘੀਆਂ ਝੁਰੜੀਆਂ ਵਾਲੇ ਚਿਹਰੇ ਨੂੰ ਨੀਝ ਲਾ ਕੇ ਵੇਖਦਾ ਹਾਂ। ਮੈਨੂੰ ਡਾਕਟਰ ਦੀ ਕਹੀ ਗੱਲ ਚੇਤੇ ਆਉਂਦੀ ਹੈ ਕਿ ਮਾਤਾ ਜੀ ਦੇ ਦਿਮਾਗ ਦੀ ਕਿਸੇ ਨਸ 'ਚ ਕਲੌਟ ਅਟਕ ਗਿਆ। ਮੇਰਾ ਗੱਚ ਭਰ ਆਇਆ। ਮੈਨੂੰ ਇਉਂ ਲੱਗਦਾ ਜਿਵੇਂ ਇਸ ਵਾਰ ਦਿਮਾਗ ਦੀ ਨਸ 'ਚ ਫਸੇ ਇਸ ਕਲੌਟ ਹੱਥੋਂ ਬੀਬੀ ਦੀ ਹਾਰ ਹੋ ਗਈ ਹੋਵੇ। ਇਸੇ ਉਧੇੜ-ਬੁਣ 'ਚ ਪਤਾ ਨਹੀਂ ਕਦੋਂ ਬੀਬੀ ਦੇ ਪੈਰਾਂ ਵੱਲ ਬੈਠਿਆਂ ਮੇਰੀ ਅੱਖ ਲੱਗ ਗਈ ਸੀ। ਜਦੋਂ ਅੱਖ ਖੁੱਲੀ ਸੀ, ਬਾਹਰ ਦਿਨ ਦੇ ਚੜ੍ਹਾਅ ਦੀ ਵਾਹਵਾ ਲੋ ਆਣ ਉਤਰੀ ਸੀ। ਧੰਨਵਾਦ। ਸਮਾਪਤ।